ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵਿਸਾਹ। ਵਾਹਿਗੁਰੂ ਸਾਹਿਬ ਜੀਓ। ਕਬੁੱਧ ਚਵਾਵੈ ਸੋ ਕਿਤ ਠਾਇ, ਕਿਉ ਤਤ ਨ ਬੂਝੈ ਚੋਟਾ ਖਾਏ। ਜਮਦਰ ਬਾਧੇ ਕੋਇ ਨ ਰਾਖੈ, ਬਿਨ ਸ਼ਬਦੈ ਨਾਹੀ ਪਤ ਸਾਖੈ। ਕਿਉ ਕਰ ਬੂਝੈ ਪਾਵੈ ਪਾਰ, ਨਾਨਕ ਮਨ ਮੁਖ ਨਾ ਬੁਝੈ ਗਵਾਰ। ਕਬੁੱਧ ਚਵਾਵੈ ਸੋ ਕਿਤ ਠਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 944 ਅੰਗ ਤੇ ਪਾਵਨ ਪਵਿੱਤਰ ਬਾਣੀ ਸਿੱਧ ਗੋਸ਼ਟ ਰਾਮਕਲੀ ਰਾਗ ਦੇ ਵਿੱਚ ਸਿੱਧਾਂ ਦੇ ਨਾਲ ਜੋ ਚਰਚਾ ਹੋਈ ਅਚਲ ਬਟਾਲੇ ਨਗਰ ਵਿਖੇ, ਜੋ ਕਿ ਬਟਾਲੇ ਤੋਂ 15 ਕਿਲੋਮੀਟਰ ਮਹਿਤਾ ਚੌਂਕ ਰੋਡ ਦੇ ਉੱਤੇ ਸਥਿਤ ਹੈ। ਸੋ ਇੱਥੇ ਸਤਿਗੁਰੂ ਮਹਾਰਾਜ ਦੀ ਚਰਚਾ ਜੋ ਹੋਈ ਉਹ 54 ਪੌੜੀਆਂ ਹੁਣ ਤੱਕ ਸਰਵਣ ਕੀਤੀਆਂ ਹਨ। ਆਓ ਅਗਲੀ ਪੌੜੀ ਦੇ ਵਿੱਚ ਸਿੱਧਾਂ ਦੇ ਪ੍ਰਸ਼ਨ ਹਨ ਤੇ ਉਸ ਤੋਂ ਅੱਗੇ ਫਿਰ ਉੱਤਰ ਬਖਸ਼ਿਸ਼ ਕਰਨਗੇ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਕਬੁੱਧ ਚਵਾਵੈ ਸੋ ਕਿਤ ਠਾਏ। ਇਹ ਪ੍ਰਸ਼ਨ ਉਹਨਾਂ ਨੇ ਪੁੱਛਿਆ, ਸਤਿਗੁਰੂ ਮਹਾਰਾਜ ਨੇ, ਧੰਨ ਗੁਰੂ ਨਾਨਕ ਦੇਵ ਜੀ ਨੇ ਇਹ ਬਾਣੀ ਉਚਾਰਨ ਕੀਤੀ ਹੈ। ਉਹ ਕਿਹੜੀ ਥਾਂ ਹੈ? ਸੋ ਕਿਤ ਠਾਏ, ਕਬੁੱਧ ਚਵਾਵੈ। ਚਵਾਵੈ ਦਾ ਭਾਵ ਹੁੰਦਾ ਦੂਰ ਕਰਨਾ। ਉਹ ਕਿਹੜੀ ਥਾਂ ਹੈ ਜਿਸ ਦੁਆਰਾ ਮਨੁੱਖ ਆਪਣੇ ਅੰਦਰੋਂ ਜਿਹੜੀ ਖੋਟੀ ਮੱਤ ਹੈ ਉਹਨੂੰ ਦੂਰ ਕਰ ਲੈਂਦਾ। ਮੱਤ ਦਾ ਪੁੱਠਾ ਹੋਣਾ ਕੋਈ ਔਖੀ ਗੱਲ ਨਹੀਂ। ਜਿਵੇਂ ਕਈ ਥਾਈਂ ਦੇਖਿਆ ਕਿ ਨੈਗੇਟਿਵ ਪੋਜ਼ਿਟਿਵ ਤਾਰਾਂ ਹੀ ਪੁੱਠੀਆਂ ਲੱਗ ਜਾਣ, ਉਹ ਮਸ਼ੀਨਰੀ ਸਾਰੀ ਪੁੱਠੀ ਘੁੰਮ ਜਾਂਦੀ ਹੈ। ਬਸ ਇੰਨਾ ਕੀ ਹੈ ਕਿ ਜਦੋਂ ਕੁਮੱਤ ਆ ਜਾਂਦੀ ਹੈ ਤੇ ਤਾਰਾਂ ਪੁੱਠੀਆਂ ਕਰ ਦਿੰਦੀ ਹੈ, ਅੰਦਰ ਬੁੱਧੀ ਦੇ ਅੰਦਰ ਕਬੁੱਧ ਬਣ ਜਾਂਦੀ ਹੈ। ਜਦੋਂ ਸਤਿਗੁਰੂ ਦੀ ਮਿਹਰ ਹੁੰਦੀ ਹੈ ਤਾਂ ਉਹੀ ਵਿਵੇਕ ਬੁੱਧੀ ਬਣ ਜਾਂਦੀ। ਕਿਉਂ ਤਤ ਨਾ ਬੂਝੈ ਚੋਟਾਂ ਖਾਏ। ਹੁਣ ਸਿੱਧ ਪੁੱਛਦੇ ਨੇ ਕਿ ਇਹ ਜਿਹੜਾ ਮਨੁੱਖ ਹੈ, ਇਹ ਤਤ ਜੋ ਅਸਲੀਅਤ ਹੈ, ਜੋ ਤਤ ਸਰੂਪ ਵਾਹਿਗੁਰੂ ਹੈ, ਉਹਨੂੰ ਕਿਉਂ ਨਹੀਂ ਸਮਝਦਾ? ਕਿਉਂ ਮਹਾਰਾਜ ਸਾਰੇ ਮਨੁੱਖ ਸੱਟਾਂ ਖਾਂਦੇ ਫਿਰਦੇ ਨੇ, ਜਮਦੂਤਾਂ ਦੀਆਂ ਦੁਖੀ ਹੁੰਦੇ ਫਿਰਦੇ ਨੇ, ਜਮਾਂ ਦੇ ਦਰ ਉੱਤੇ ਬੱਧੇ ਹੋਏ ਨੂੰ ਕੋਈ ਬਚਾਉਂਦਾ ਹੀ ਨਹੀਂ। ਜਮਦਰ ਬਾਧੇ ਕੋਈ ਨਾ ਰੱਖੈ। ਕਿਉਂਕਿ ਜਮਦੂਤਾਂ ਦੀਆਂ ਸੱਟਾਂ ਖਾਂਦੇ ਫਿਰਦੇ ਨੇ, ਕੋਈ ਰੱਖਦਾ ਹੀ ਨਹੀਂ, ਬਚਾਉਂਦਾ ਹੀ ਨਹੀਂ ਹੈ। ਇੱਥੇ ਦੁਨੀਆ ਵਿੱਚ ਵੀ ਚੋਟਾਂ ਖਾਂਦਾ ਥਾਂ ਥਾਂ, ਅੱਗੇ ਪਰਲੋਕ ਵਿੱਚ ਵੀ, ਅਗਲਿਆਂ ਜਨਮਾਂ ਦੇ ਵਿੱਚ ਵੀ, ਪ੍ਰਤੱਖ ਕਈ ਤਰ੍ਹਾਂ ਦੇ ਜਨਮ ਧਾਰ ਕੇ ਵੀ। ਬਿਨ ਸ਼ਬਦੈ ਨਾਹੀ ਪਤ ਸਾਖੈ। ਕਿਉਂਕਿ ਗੁਰੂ ਦੇ ਸ਼ਬਦ ਤੋਂ ਬਿਨਾਂ ਇੱਜ਼ਤ ਤੇ ਸ਼ਾਖ ਨਾਲ ਕੋਈ ਜੀਵ ਵੀ ਪ੍ਰਭੂ ਦੇ ਦਰਬਾਰ ਵਿੱਚ ਨਹੀਂ ਜਾਂਦਾ। ਪ੍ਰਮਾਤਮਾ ਦੇ ਦਰ ਦੇ ਉੱਤੇ ਇੱਜ਼ਤ ਦੇ ਨਾਲ, ਸਾਖੇ ਤੋਂ ਭਾਵ ਸਾਖ, ਸਾਖ ਤੋਂ ਭਾਵ ਸ਼ੋਹਰਤ, ਸ਼ੋਹਰਤ ਦੇ ਨਾਲ ਨਹੀਂ ਜਾਂਦਾ। ਬਿਨ ਸ਼ਬਦ ਹੈ,
ਸ਼ਬਦ ਨੂੰ ਆਪਾਂ ਐਵੇਂ ਨਾ ਸਮਝੀਏ ਛੋਟਾ ਜਿਹਾ। ਕਈ ਲੋਕ ਐਸਾ ਸਮਝਦੇ ਕਿ ਸ਼ਬਦ ਮੂਲ ਮੰਤਰ ਹੈ ਜਾਂ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਹੋ ਜਾਂਦਾ। ਇਹਦੀ ਕੀਮਤ ਤਾਂ ਪਰਲੋਕ ਵਿੱਚ ਜਾ ਕੇ ਪੈਂਦੀ ਹੈ। ਜਿਨ੍ਹਾਂ ਦੇ ਪਾਸ ਸ਼ਬਦ ਹੁੰਦਾ, ਹੁਣ ਇੱਥੇ ਕੋਈ ਚੁੱਕੀ ਫਿਰੇ ਥਾਂ ਥਾਂ ਦੇ ਉੱਤੇ ਕੋਈ ਐਸਾ ਰੁਪਈਆ ਜਿਹੜਾ ਕਿਸੇ ਕੰਟਰੀ 'ਚ ਚੱਲਦਾ ਹੀ ਨਾ ਹੋਵੇ, ਉਹ ਖੋਟਾ ਗਿਣਿਆ ਜਾਂਦਾ। ਮਹਾਰਾਜ ਕਹਿੰਦੇ ਜਿਤਨੇ ਵੀ ਸਮਾਨ ਆਪਾਂ ਬਣਾਏ ਕਮਾਏ ਨੇ ਉਹ ਸਾਰੇ ਹੀ ਇੱਥੇ ਛੱਡ ਜਾਣੇ ਸਰੀਰ ਦੇ ਸਣੇ, ਕਿਉਂਕਿ ਸ਼ਬਦ ਹੀ ਸੂਖਮ ਹੈ। ਸ਼ਬਦ ਸਿਰਫ ਨਾਲ ਜਾਂਦਾ ਹੈ। ਸ਼ਬਦ ਧੁਰ ਕੀ ਬਾਣੀ, ਕਿਉਂ ਕਰ ਬੂਝੈ ਪਾਵੈ ਪਾਰ। ਇਹ ਕਿਵੇਂ ਮਹਾਰਾਜ ਅਸਲੀਅਤ ਨੂੰ ਸਮਝੇ ਤੇ ਸੰਸਾਰ ਸਾਗਰ ਤੋਂ ਪਾਰ ਹੋ ਜਾਵੇ, ਇਹ ਕਿਰਪਾ ਕਰਕੇ ਸਾਨੂੰ ਦੱਸੋ। ਨਾਨਕ ਮਨ ਮੁਖ ਨਾ ਬੁੱਝੈ ਗਵਾਰ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਇਹ ਮਨਮੁਖ ਮੂਰਖ ਜੀਵ ਸਮਝਦਾ ਨਹੀਂ। ਇਹ ਕੀ ਸਮਝਦਾ ਨਹੀਂ? ਇਹ ਕਹਿੰਦਾ ਹਰੀ ਹੈ ਹੀ ਨਹੀਂ, ਪਰਮੇਸ਼ਰ ਹੈ ਹੀ ਨਹੀਂ। ਇਹ ਇਸ ਗੱਲ ਨੂੰ ਇਉਂ ਜਾਣਦਾ ਕਿ ਰੱਬ ਹੈ ਨਹੀਂ, ਪਰਲੋਕ ਹੈ ਨਹੀਂ, ਇਹ ਐਵੇਂ ਗੱਲਾਂ ਬਣਾਈਆਂ ਹੋਈਆਂ ਨੇ, ਜਮਦੂਤ ਹੈ ਨਹੀਂ। ਕੱਲ ਨੂੰ ਕਿਤੇ ਇਹ ਨਾ ਕਹਿਣ ਲੱਗ ਜੇ ਵੀ ਮੌਤ ਵੀ ਹੈ ਨਹੀਂ, ਕਿਉਂਕਿ ਆਪਾਂ ਨੂੰ ਆਪਣੇ ਜਨਮ ਤੋਂ ਲੈ ਕੇ ਮੌਤ ਤੋਂ ਪਹਿਲਾਂ ਤੱਕ ਸਾਰੀ ਨੌਲੇਜ ਹੈ ਸਾਰਿਆਂ ਨੂੰ, ਪਰ ਜਨਮ ਤੋਂ ਪਹਿਲਾਂ ਤਾਂ ਆਪਾਂ ਨੂੰ ਕੋਈ ਨੌਲੇਜ ਨਹੀਂ ਹੈ। ਜਨਮ ਤੋਂ ਪਹਿਲਾਂ ਦੀ ਨੌਲੇਜ ਅਤੇ ਮਰਨ ਤੋਂ ਬਾਅਦ ਦੀਆਂ ਜਿਹੜੀਆਂ ਗੱਲਾਂ ਨੇ ਉਹਨੂੰ ਸਧਾਰਨ ਵਿਅਕਤੀ ਨਹੀਂ ਸਮਝ ਸਕਦਾ। ਇਹ ਤਾਂ ਪੱਕੀ ਗੱਲ ਹੈ ਨਾ ਕਿ ਜਨਮ ਹੈ ਤੇ ਮਰਨ ਹੈ। ਸੋ ਤਾਂ ਤੇ ਜਨਮ ਤੋਂ ਪਹਿਲਾਂ ਮੌਤ ਤੋਂ ਬਾਅਦ ਦਾ ਗਿਆਨ ਸਿਰਫ ਬ੍ਰਹਮ ਗਿਆਨੀ ਨੂੰ ਹੁੰਦਾ ਜਾਂ ਸਤਿਗੁਰੂ ਗੁਰਬਾਣੀ ਅੰਦਰ ਉਚਾਰਨ ਕਰਦੇ ਨੇ। ਹੁਣ ਮਹਾਰਾਜ ਜੀ ਖੋਟੀ ਮੱਤ ਨੂੰ ਦੂਰ ਕਰਨ ਦੀ ਜੁਗਤੀ ਅਗਲੀ ਪੌੜੀ 'ਚ ਬਖਸ਼ਿਸ਼ ਕਰ ਰਹੇ ਨੇ। ਕੁਬੁੱਧ ਮਿਟੈ ਗੁਰ ਸ਼ਬਦ ਵਿਚਾਰ। ਸਤਿਗੁਰੂ ਦੇ ਸ਼ਬਦ ਨੂੰ ਵਿਚਾਰ ਕੇ, ਜਿਵੇਂ ਹੁਣ ਆਪਾਂ ਇਹ ਸ਼ਬਦ ਦੀ ਵਿਚਾਰ ਹੀ ਕਰ ਰਹੇ ਹਾਂ, ਜਿਵੇਂ ਦੱਖਣੀ ਓਂਕਾਰ ਬਾਣੀ ਸਿੱਧ ਗੋਸ਼ਟ, ਇਹ 52 ਅੱਖਰੀ ਬਾਣੀ, 7 ਬਾਣੀਆਂ ਪਹਿਲਾਂ ਕਥਾ, ਆਸਾ ਦੀ ਵਾਰ, ਸ੍ਰੀ ਸੁਖਮਨੀ ਸਾਹਿਬ। ਜਦੋਂ ਵੀ ਸਾਰੀ ਗੁਰਬਾਣੀ ਦੀ ਵਿਚਾਰ ਜਦੋਂ ਕਰਦੇ ਹਾਂ, ਗੁਰਬਾਣੀ ਦੀ ਵਿਚਾਰ ਕੀ ਕਰਮ ਕਰਦੀ ਹੈ ਕਿ ਜਿਹੜੀ ਬੰਦੇ ਦੇ ਅੰਦਰ ਤਾਰਾਂ ਪੁੱਠੀਆਂ ਲੱਗੀਆਂ ਹੁੰਦੀਆਂ ਨੇ, ਖੋਟੀ ਮੱਤ ਹੁੰਦੀ ਹੈ, ਇਹ ਦੂਰ ਹੋ ਜਾਂਦੀ ਹੈ। ਕਿਉਂਕਿ ਗੁਰਬਾਣੀ ਦੀ ਤਾਸੀਰ ਹੈ, ਇਹਦਾ ਪ੍ਰਭਾਵ ਹੈ। ਇਹ ਗੁਰਬਾਣੀ ਤੇ ਐਵੇਂ ਹੀ ਨਹੀਂ ਹੈ ਵੀ ਐਵੇਂ ਕਿਸੇ ਦੇਹਧਾਰੀ ਪਖੰਡੀ ਨੇ ਵੱਡੀ ਸਾਰੀ ਕਿਤਾਬ ਲਿਖੀ ਹੈ, ਪੜ੍ਹੋ ਭਾਈ ਭਲਾ ਹੋ ਜਾਏ, ਐਵੇਂ ਨਹੀਂ ਹੁੰਦਾ। ਕਿਉਂਕਿ ਸਤਿਗੁਰੂ ਦੇ ਵਿੱਚ ਸੱਤਾ ਹੈ, ਸਤਿਗੁਰੂ ਦੀ ਜ਼ੁਬਾਨ 'ਚ ਸੱਤਾ ਹੈ, ਸਤਿਗੁਰੂ ਦੇ ਨੇਤਰਾਂ 'ਚ ਸੱਤਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਸਤਿਗੁਰੂ ਦੇ ਕਦਮ ਜਿੱਥੇ ਪੈ ਗਏ, ਜਿੱਥੇ ਚਰਨ ਪਏ ਨੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਬਾਣੀ ਦੇ ਵਿੱਚ ਸੱਤਾ ਹੈ, ਤਾਕਤ ਹੈ। ਗੁਰਬਾਣੀ ਦੇ ਅੱਗੇ ਸਾਰੇ ਹੀ ਝੁਕਦੇ ਨੇ। ਜੇ ਆਪਾਂ ਕਹੀਏ ਫਲਾਣੇ ਥਾਂ ਤਾਂ ਐਂ ਹੋ ਗਿਆ ਸੀ, ਫਲਾਣੇ ਥਾਂ ਉਹ ਬਾਣੀ ਪੜ੍ਹਦਾ ਸੀ, ਉਹ ਬੰਦਿਆਂ 'ਚ ਕਮੀਆਂ ਨੇ। ਲੋਕਾਂ ਦੇ ਸਿਮਰਨ ਭਜਨ ਕਰਨ ਵਿੱਚ ਉਹ ਕਰੀ ਵੀ ਜਾਣਾ, ਨਾਲ ਕੁਰਹਿਤ ਕਰ ਲੈਣੀ ਜਾਂ ਗਲਤੀਆਂ ਕਰ ਲੈਣੀਆਂ ਜਾਂ ਗੁਰੂ ਮਰਿਆਦਾ ਦੇ ਵਿਰੁੱਧ ਚੱਲਣਾ। ਜਦੋਂ ਕੋਈ ਮਰਿਆਦਾ ਦਾ ਧਨੀ ਬਣ ਜਾਂਦਾ ਹੈ, ਮਰਿਆਦਾ ਨੂੰ ਕਮਾਉਂਦਾ ਹੈ, ਸਹੀ ਧਰਮ ਕਰਮ ਕਰਦਾ ਹੈ, ਜਦੋਂ ਮੰਨ ਲਓ ਬਈ ਕਈਆਂ ਦੇ ਕੰਮ ਨਹੀਂ ਬਣੇ, ਕਿਉਂਕਿ ਸਤਿਗੁਰੂ ਨੇ ਦਸਵੰਧ ਕੱਢਣ ਨੂੰ ਕਿਹਾ, ਉਹ ਦਸਵੰਧ ਹੀ ਨਹੀਂ ਕੱਢਦਾ। ਫਿਰ ਇਹ ਜਿਹੜੇ ਸਾਡੇ ਕਰਮ ਨੇ ਨਾ, ਇਹ ਗੁਰਾਂ ਦੇ ਕਹੇ ਹੋਏ ਬਚਨਾਂ ਨੂੰ ਕਮਾਉਣਾ, ਖਾਣਾ ਪੀਣਾ ਠੀਕ ਰੱਖਣਾ, ਪਹਿਰਨਾ ਠੀਕ ਰੱਖਣਾ, ਬੋਲਣਾ ਠੀਕ ਰੱਖਣਾ, ਸ਼ਰਧਾ ਪੂਰੀ ਰੱਖਣੀ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਜਦੋਂ ਸ਼ਬਦ ਦੀ ਵਿਚਾਰ ਆਪਾਂ ਰੋਜ਼ ਕਰੀਏ, ਸੁਖਮਨੀ ਸਾਹਿਬ ਦਾ ਪਾਠ ਕਰਦੇ ਕਰਦੇ ਉਹਨੂੰ ਨਾਲ ਨਾਲ ਵਿਚਾਰਨਾ ਹੈ ਕਿ ਕੀ ਲਿਖਿਆ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸੁਖਮਨੀ ਸਾਹਿਬ ਦੇ ਪਾਠ ਦੀ ਵਿਚਾਰ ਕਰਨੀ ਹੈ। ਸੁਖਮਨੀ ਸਾਹਿਬ ਦੇ ਨਾਲ ਥਿੱਤੀ ਗੌੜੀ ਬਾਣੀ ਲਿਖੀ ਹੋਈ, ਕਿਤੇ ਪੜ੍ਹ ਕੇ ਦੇਖੋ ਉਹਦੇ ਅੰਦਰ ਕਿਤਨੀ ਡੂੰਘੀ ਵਿਚਾਰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸਤਿਗੁਰ ਭੇਟੈ ਮੋਖ ਦੁਆਰ। ਜਿਹੜਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਦਾ ਹੈ ਨਾ, ਜਦੋਂ ਆ ਕੇ ਕੋਈ ਸ਼ਰਧਾ ਭਾਵਨਾ ਨਾਲ ਮੱਥਾ ਟੇਕਦਾ, ਬੈਠਦਾ, ਵਿਚਾਰ ਸਰਵਣ ਕਰਦਾ ਹੈ, ਉਹਨੂੰ ਮੁਕਤੀ ਦਾ ਦਰ ਪ੍ਰਾਪਤ ਹੋ ਜਾਂਦਾ ਹੈ।
ਬੰਧਨ ਮੁਕਤ ਹੋ ਜਾਂਦਾ ਹੈ। ਸਾਰੇ ਬੰਧਨ ਕੱਟਦੇ ਨੇ ਸਤਿਗੁਰੂ ਆਪ, ਕਿਉਂਕਿ ਸਤਿਗੁਰੂ ਸਭ ਤੋਂ ਵੱਡੇ ਨੇ, ਹੋਰ ਕੋਈ ਨਹੀਂ ਵੱਡਾ। ਸਾਰੇ ਜਾਣੇ ਬੰਧਨ ਕਟਵਾਉਣ ਨੂੰ ਫਿਰਦੇ ਨੇ ਕਿ ਸਾਡੇ ਬੰਧਨ ਕੱਟ ਦਿਓ, ਸਾਡੇ ਬੰਧਨ ਕੱਟ ਦਿਓ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਤਤ ਨਾ ਚੀਨੈ ਮਨ ਮੁਖ ਜਲ ਜਾਏ। ਜਿਹੜਾ ਮਨਮੁਖ ਹੈ ਉਹ ਤਤ ਪ੍ਰਮਾਤਮਾ ਜੋ ਹੈ ਉਹਨੂੰ ਨਹੀਂ ਜਾਣਦਾ, ਮਨਮੁਖ ਅਸਲੀਅਤ ਨੂੰ ਪਛਾਣਦਾ ਹੀ ਨਹੀਂ, ਜਿਸ ਕਰਕੇ ਜਲ ਜਾਏ। ਕਾਹਦੇ ਚ ਮਨਮੁਖ ਜਲਦਾ? ਵਿਕਾਰਾਂ ਦੇ ਵਿੱਚ ਸੜ ਜਾਂਦਾ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ ਹੈ। ਕਿਉਂ ਮਹਾਰਾਜ ਇਹ ਚੋਟਾਂ ਕਿਉਂ ਖਾਂਦਾ? ਦੁਰਮਤ ਵਿਛੜ ਚੋਟਾਂ ਖਾਏ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਉਂਕਿ ਦੁਰਮਤ, ਦੁਰ ਹੁੰਦੀ ਖੋਟੀ, ਮਤ ਹੁੰਦੀ ਬੁੱਧੀ। ਖੋਟੀ ਮਤ ਹੋਣ ਕਾਰਨ ਵਾਹਿਗੁਰੂ ਤੋਂ ਵਿਛੜ ਕੇ ਇਹ ਸੱਟਾਂ ਹੀ ਖਾਂਦਾ ਰਹਿੰਦਾ। ਕਿਉਂ ਤਤ ਨਾ ਬੁੱਝੈ ਚੋਟਾਂ ਖਾਏ? ਕੁਐਸਚਨ ਕੀਤਾ ਸੀ ਪਹਿਲਾਂ। ਮਾਨੈ ਹੁਕਮ ਸਭੇ ਗੁਣ ਗਿਆਨ। ਜਿਹੜਾ ਮਨੁੱਖ ਸਤਿਗੁਰੂ ਦਾ ਹੁਕਮ ਮੰਨਦਾ ਹੈ ਉਹਦੇ ਵਿੱਚ ਸਾਰੇ ਗੁਣ ਆ ਜਾਂਦੇ ਨੇ, ਸਾਰਾ ਤਰ੍ਹਾਂ ਬ੍ਰਹਮ ਗਿਆਨ ਹੀ ਹੋ ਜਾਂਦਾ ਮਨ ਨੂੰ। ਵਿਸ਼ਵਾਸ ਦੀ ਗੱਲ ਹੈ ਸਾਰੀ। ਜਿਨ੍ਹਾਂ ਦੇ ਅੰਦਰ ਵਿਸ਼ਵਾਸ ਹੈ, ਭਰੋਸਾ ਹੈ, ਉਹਨਾਂ ਨੂੰ ਸਭ ਪਤਾ ਹੈ। ਗੁਰਬਾਣੀ ਬਾਰੇ ਅਸਲ ਵਿੱਚ ਜੱਗ ਨੂੰ ਗਿਆਨ ਹੀ ਨਾ ਹੋ ਸਕਿਆ। ਫਿਰ ਗੁਰਬਾਣੀ ਤਾਂ ਇਤਨੀ ਵਧੀਆ ਹੈ ਕਿ ਖੱਤਰੀ, ਬ੍ਰਾਹਮਣ, ਸੂਦ, ਵੈਸ ਸਾਰਿਆਂ ਦਾ ਹੀ ਭਲਾ ਕਰਦੀ। ਇਹਨੂੰ ਤਾਂ ਕੋਈ ਵੀ ਦੁਨੀਆ ਦਾ ਕਿਸੇ ਵੀ ਧਰਮ ਦਾ ਬੰਦਾ ਪੜ੍ਹ ਲੇ, ਕਿਉਂਕਿ ਧੁਰ ਕੀ ਬਾਣੀ ਹੈ ਨਾ। ਬੜੇ ਬੜੇ ਫਕੀਰਾਂ ਦੀ ਸਾਂਝ ਰਹੀ ਗੁਰੂ ਘਰ ਨਾਲ, ਫਕਰਾਂ ਦੀ, ਮੀਆਂ ਮੀਰ ਜੀ ਦੀ, ਪੀਰ ਬੁੱਧੂ ਸ਼ਾਹ ਦੀ। ਉਹ ਖੁਦ ਗੁਰਬਾਣੀ ਪੜ੍ਹਦੇ ਸੀ, ਸੁਣਦੇ ਸੀ, ਕਿਉਂਕਿ ਉਹਦੇ ਵਿੱਚ ਸ਼ਾਂਤੀ ਹੈ। ਗੁਰਬਾਣੀ ਵਿੱਚ ਗੁਰਬਾਣੀ ਤਾਂ ਧੁਰ ਕੀ ਬਾਣੀ ਹੈ ਨਾ, ਧੁਰੋਂ ਆਈ ਹੋਈ। ਇੰਨਾ ਹੀ ਕਹਿਣਾ ਕਾਫੀ ਹੋਵੇਗਾ ਕਿ ਇਹ ਬਾਣੀ ਸਾਰੇ ਹੀ ਸੁਣਦੇ ਨੇ, ਹੁਣ ਵੀ ਸੁਣਦੇ ਨੇ। ਜਿਨ੍ਹਾਂ ਨੂੰ ਸੋਝੀ ਪੈ ਗਈ ਉਹ ਸੁਣਦੇ ਨੇ, ਉਹਨਾਂ ਦਾ ਭਲਾ ਹੁੰਦਾ, ਕਲਿਆਣ ਹੁੰਦੀ। ਗੁਰਬਾਣੀ ਤਾਂ ਇਸ ਤਰ੍ਹਾਂ, ਇਹ ਗੁਰਬਾਣੀ ਇਉਂ ਨਹੀਂ ਕਿ ਇੱਕ ਧਰਮ ਦੀ ਹੋਈ ਆ। ਗੁਰਬਾਣੀ ਤਾਂ ਇਉਂ ਜਿਵੇਂ ਦੁਨੀਆ ਭਰ ਵਿੱਚ ਰੋਟੀ ਸਾਰੇ ਖਾਂਦੇ ਨੇ, ਦੁੱਧ ਸਾਰੇ ਪੀਂਦੇ ਨੇ। ਕਿਸੇ ਦੇਸ਼ ਕੌਮ ਜਾਤ ਦਾ ਹੋਵੇ, ਦੁੱਧ ਤਾਂ ਸਾਰੇ ਪੀਂਦੇ ਆ, ਪਾਣੀ ਸਾਰੇ ਪੀਂਦੇ ਨੇ। ਸਾਂਝੀ ਚੀਜ਼ ਹੈ ਪਾਣੀ। ਧਰਤੀ ਉੱਤੇ ਸਾਰੇ ਹੀ ਰਹਿੰਦੇ ਨੇ, ਅੱਗ ਸਾਰੇ ਹੀ ਬਾਲਦੇ ਨੇ, ਆਕਾਸ਼ ਥੱਲੇ ਸਾਰੇ ਹੀ ਰਹਿੰਦੇ ਨੇ। ਉਹ ਸਾਰੀਆਂ ਚੀਜ਼ਾਂ ਵਾਹਿਗੁਰੂ ਦੀਆਂ ਨੇ। ਆਕਾਸ਼ ਹੈ, ਵਾਹਿਗੁਰੂ ਨੇ ਬਣਾਇਆ। ਆਕਾਸ਼ ਦੇ ਥੱਲੇ ਜੇ ਕੋਈ ਕਹੇ ਮੈਂ ਤਾਂ ਨਹੀਂ ਰਹਿਣਾ, ਇਹਦੇ ਥੱਲੇ ਤਾਂ ਦੂਜੇ ਧਰਮਾਂ ਲੋਕ ਰਹਿੰਦੇ, ਮੈਂ ਤਾਂ ਕਿਤੇ ਹੋਰ ਜਾ ਕੇ ਰਹਿਣਾ, ਕਿੱਥੇ ਰਹਿਣਾ ਹੋਰ। ਜੇ ਕੋਈ ਕਹੇ ਮੈਂ ਪਾਣੀ ਨਹੀਂ ਪੀਂਦਾ ਕਿਉਂਕਿ ਪਾਣੀ ਤਾਂ ਫਲਾਨੀ ਕੌਮ ਦੇ ਲੋਕ ਪੀਂਦੇ, ਮੈਂ ਨਹੀਂ ਪੀਣਾ। ਪਾਣੀ ਤਾਂ ਪੀਣਾ ਹੀ ਪੈਣਾ, ਰੋਟੀ ਖਾਣੀ ਪੈਣੀ ਹੈ। ਇਹ ਗੁਰਬਾਣੀ ਹੈ। ਗੁਰਬਾਣੀ ਨੂੰ ਜਿਸਨੇ ਵੀ ਪੜ੍ਹਿਆ ਹੈ ਉਸੇ ਦਾ ਹੀ ਭਲਾ ਹੋ ਗਿਆ। ਜਿਵੇਂ ਸੁਖਮਨੀ ਸਾਹਿਬ ਦੀ ਕਥਾ ਵੀ ਦੱਸਿਆ ਸੀ ਨਾ ਕਿ ਸੰਤ ਬਾਬਾ ਕਿਰਪਾਲ ਸਿੰਘ ਜੀ ਅਮੀਰ ਭੰਡਾਰ ਪੁਸਤਕਾਂ ਆਪਾਂ ਪੜ੍ਹਦੇ, ਪੋਥੀਆਂ। ਜਦੋਂ ਪਾਕਿਸਤਾਨ ਬਣਿਆ ਨਵਾਂ ਭਾਰਤ ਪਾਕਿਸਤਾਨ, ਉੱਥੇ ਇੱਕ ਮੁਸਲਮਾਨ ਜਿਹੜਾ ਅੰਮ੍ਰਿਤਸਰ ਸੀ, ਬਹੁਤ ਗਰੀਬੀ ਸੀ ਉਹਦੇ ਤੇ, ਉੱਥੇ ਸੰਗਤ ਦੇ ਜੋੜੇ ਝਾੜਿਆ ਕਰੇ। ਮਹਾਂਪੁਰਖ ਆਏ ਤੇ ਉਹ ਦੇਖ ਕੇ ਮਹਾਂਪੁਰਖਾਂ ਦੇ ਚਰਨੀ ਪੈ ਗਿਆ, ਮੈਂ ਬਹੁਤ ਗਰੀਬ ਹਾਂ, ਮੈਨੂੰ ਕੋਈ ਕਲਾਮ ਦੱਸੋ। ਇਹ ਉਰਦੂ ਦੀ ਬੋਲੀ ਚ ਆਪਾਂ ਤੁਕ ਕਹਿ ਦਿੰਦੇ, ਗੁਰਬਾਣੀ ਉਹ ਕਲਾਮ ਕਹਿ ਦਿੰਦੇ। ਮਹਾਂਪੁਰਸ਼ ਕਹਿਣ ਲੱਗੇ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਤੂੰ ਇੰਨੇ ਹੀ ਚੱਲ ਬੜਿਆ ਕਰ, ਇੰਨੇ ਨਾਲ ਹੀ ਕਿਰਪਾ ਹੋ ਜਾਏ। ਸੋ ਸਮਾਂ ਪੈ ਕੇ ਉਹਦੇ ਕੋਲੇ ਬਹੁਤ ਛੇਤੀ ਕਾਰਾਂ, ਕੋਠੀਆਂ, ਟਰੱਕ ਹੋ ਗਏ, ਅਮੀਰ ਹੋ ਗਿਆ। ਗੁਰਬਾਣੀ ਨਹੀਂ ਕਹਿੰਦੀ ਕਿ ਮੈਂ ਕਿਸੇ ਦਾ ਭਲਾ ਨਹੀਂ ਕਰਨਾ, ਕਿ ਮੈਨੂੰ ਫਲਾਨਾ ਨਾ ਪੜੇ। ਗੁਰਬਾਣੀ ਨੇ ਤਾਂ ਸਾਰਿਆਂ ਨੂੰ ਖੁੱਲੀ ਛੁੱਟੀ ਦਿੱਤੀ ਹੈ। ਹਰਿਮੰਦਰ ਸਾਹਿਬ ਜਿਵੇਂ ਸਾਰੇ ਹੀ ਆ ਸਕਦੇ ਨੇ, ਕਿਸੇ ਨੂੰ ਮਨਾ ਨਹੀਂ ਹੈ। ਗੁਰੂ ਘਰ ਵਿੱਚ ਕੋਈ ਵੀ ਆ ਸਕਦਾ, ਲੰਗਰ ਵਿੱਚ ਕੋਈ ਵੀ ਬੈਠ ਸਕਦਾ ਹੈ। ਇਸੇ ਤਰ੍ਹਾਂ ਗੁਰਬਾਣੀ ਦਾ ਕੀਰਤਨ, ਕਥਾ, ਗੁਰਬਾਣੀ ਦਾ ਪਾਠ ਕੋਈ ਵੀ ਕਰ ਸਕਦਾ। ਜਿਹੜਾ ਵੀ ਕਰੇਗਾ ਉਹਦਾ ਹੀ ਭਲਾ। ਸਤਿਗੁਰੂ ਕਹਿੰਦੇ ਨੇ ਹੁਣ ਜੇ ਹੁਕਮ ਮੰਨ ਲਏ ਨਾ ਬੰਦਾ ਤਾਂ ਸਾਰਾ ਕੁਝ ਹੀ ਉਹਦੇ ਕੋਲ ਆ ਜਾਂਦਾ ਹੈ। ਨਾਨਕ ਦਰਗਹਿ ਪਾਵੈ ਮਾਨ। ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਉਹ ਰੱਬੀ ਦਰਗਾਹ ਦੇ ਵਿੱਚ ਮਾਣ, ਆਦਰ, ਸਤਿਕਾਰ ਪ੍ਰਾਪਤ ਕਰਦਾ, ਕਿਉਂਕਿ ਇਹ ਸਤਿਗੁਰੂ ਦੇ ਸਿਧਾਂਤ ਬੜੇ ਡੂੰਘੇ ਨੇ। ਜਿਵੇਂ ਇਹ 2 ਪੌੜੀਆਂ ਦੇ ਵਿੱਚ ਜਿਹੜੀ ਵਿਚਾਰ ਦੱਸੀ ਆ ਨਾ ਆਪਾਂ ਨੂੰ ਕਿ ਦੁਰਮਤ ਬਾਧਾ ਸਰਪਨ ਖਾਧਾ, ਕਿ ਮਨੁੱਖ ਖੋਟੀ ਮਤ ਕਾਰਨ ਹੀ ਮੋਹ ਮਾਇਆ ਤੇ ਜੰਜਾਲਾਂ ਵਿੱਚ ਬੱਧਾ ਪਿਆ ਤੇ ਮਾਇਆ ਸਪਣੀ ਨੇ ਇਹਨੂੰ ਖਾ ਲਿਆ।
ਹੁਣ ਜੋਗੀ ਫਿਰ ਪੁੱਛਦੇ ਨੇ ਕਿ ਖੋਟੀ ਬੁੱਧੀ ਕਿਸ ਥਾਂ ਤੇ ਕਿਵੇਂ ਗਵਾਵੇ, ਤਤ ਨੂੰ ਬੁੱਝੇ ਬਿਨਾ ਪਾਰਗ੍ਰਾਮੀ ਕਿਵੇਂ ਬਣ ਸਕਦਾ ਬੰਦਾ। ਤਾਂ 56ਵੀਂ ਪੌੜੀ ਵਿੱਚ ਇਹਦਾ ਫਿਰ ਸਤਿਗੁਰੂ ਨੇ ਉੱਤਰ ਦਿੱਤਾ ਹੈ ਕਿ ਗੁਰੂ ਕੀ ਬਾਣੀ ਪੜ੍ਹਨ ਨਾਲ, ਹੁਕਮ ਮੰਨਣ ਨਾਲ ਖੋਟੀ ਬੁੱਧੀ ਨਾਸ ਹੁੰਦੀ ਹੈ। ਗੁਰ ਸ਼ਬਦ ਦੀ ਵਿਚਾਰ ਨਾਲ ਖੋਟੀ ਬੁੱਧੀ ਮਿਟਦੀ ਹੈ। ਜਿਵੇਂ ਸਕੂਲ ਜਾਂਦਾ ਬੱਚਾ ਹੌਲੀ ਹੌਲੀ ਡਿਸਿਪਲਿਨ ਸਿੱਖਦਾ, ਉੱਥੇ ਹੌਲੀ ਹੌਲੀ ਸਿਆਣਾ, ਫਿਰ ਹੋਰ ਸਿਆਣਾ ਹੋ ਜਾਂਦਾ, ਪੜ੍ਹਾਈ ਦੇ ਵਿੱਚ ਅੱਗੇ ਨਾਲੋਂ ਸੋਝੀ ਹੋਣੀ ਆਉਂਦੀ ਹੈ, ਸ਼ੁਰੂ ਹੋ ਜਾਂਦੀ ਵਿਦਿਆ ਨਾਲ। ਪਰ ਉਹ ਸਧਾਰਨ ਹੈ। ਇਹ ਖਾਸ ਜੋ ਵਿਸ਼ੇਸ਼ ਜੀਵ ਦੇ ਅੰਦਰ ਸੁਬੁੱਧ ਜਿਹੜੀ ਹੈ ਸੁਮਤ ਆਉਣੀ ਸ਼ੁਰੂ ਹੋ ਜਾਂਦੀ। ਸਾ ਮਤ ਦੀਜੈ ਮੇਰੇ ਠਾਕੁਰ, ਵਿਵੇਕ ਬੁੱਧੀ ਜਿਹਨੂੰ ਕਹਿੰਦੇ ਆ। ਜੇ ਅੰਤਰਾਤਮੇ ਝਾਤ ਪਾਈਏ ਤਾਂ ਇਉਂ ਪ੍ਰਤੀਤ ਹੁੰਦਾ ਕਿ ਮਨੁੱਖ ਦਾ ਮਨ ਤੇ ਬੁੱਧੀ ਆਮ ਤੌਰ ਤੇ ਖਿੰਡੇ ਹੀ ਰਹਿੰਦੇ ਨੇ। ਮਨ, ਬੁੱਧ, ਚਿੱਤ, ਹੰਕਾਰ ਇਹ ਚਾਰੇ ਨੌ ਇੱਕੋ ਹੀ ਚੀਜ਼ ਦੇ ਨੇ। ਕਿਉਂਕਿ ਜੀਵ ਜਿਹੜਾ ਉਹ ਆਪਣੇ ਅੰਦਰੋਂ ਜਦੋਂ ਮਨ ਉਹਦਾ ਕੋਈ ਗੱਲ ਕਹਿੰਦਾ ਉਹਦੇ ਆਖੇ ਲੱਗ ਕੇ ਪਾਪ ਕਰਦਾ। ਮਾੜੇ ਫੁਰਨੇ ਹੀ ਮਾੜੇ ਕਰਮ ਕਰਨ ਵੱਲ ਧਕੇਲ ਦਿੰਦੇ ਨੇ ਜੀਵ ਨੂੰ। ਜਿਹੜਾ ਫੁਰਨਾ ਮਨ ਚੋਂ ਨਿਕਲਦਾ ਬੁੱਧੀ ਉਸ ਨੂੰ ਸੇਧ ਦੇ ਦਿੰਦੀ ਹੈ। ਬਸ ਇਹ ਜਿਨ੍ਹਾਂ ਨੇ ਆਤਮਿਕ ਗਿਆਨ ਕਥਾ ਸੁਣੀ ਆ ਉਹਨਾਂ ਨੂੰ ਪਤਾ ਹੈ। ਸੁਣੋ, ਆਤਮਿਕ ਗਿਆਨ ਦੇ ਵਿੱਚ ਇਹ ਸਾਰਾ ਕੁਝ ਦੱਸਿਆ ਹੋਇਆ। ਜੋ ਮਲੀਨ ਬੁੱਧੀ ਆ ਉਹ ਕਦੇ ਵੀ ਚੰਗੇ ਪਾਸੇ ਨਹੀਂ ਜਾਣ ਦਿੰਦੀ, ਇਸ ਕਰਕੇ ਜੀਵ ਭਟਕਦਾ ਰਹਿੰਦਾ। ਹੁਣ ਮਹਾਰਾਜ ਨੇ ਜੁਗਤੀ ਦੱਸੀ ਵੀ ਆ, ਰੋਜ਼ ਪੜ੍ਹਦੇ ਵੀ ਆ, ਜਪਜੀ ਸਾਹਿਬ ਦਾ ਪਾਠ ਕਰਦੇ ਵੀ ਆ ਕਿ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਜੇ ਮਤ ਪਾਪਾਂ ਦੇ ਨਾਲ ਭਰ ਜਾਵੇ, ਜਿਵੇਂ ਕੱਪੜਾ ਸਾਬਣ ਨਾਲ ਧੋ ਕੇ ਪਵਿੱਤਰ ਸਾਫ਼ ਸੁਥਰਾ ਚਿੱਟਾ ਨਿਕਲ ਆਉਂਦਾ, ਇਉਂ ਗੁਰਬਾਣੀ ਸਿਮਰਨ ਦੇ ਨਾਲ, ਕੀਰਤਨ ਕਥਾ ਨਾਲ ਮਨ ਸ਼ੁੱਧ ਹੋ ਜਾਂਦਾ, ਮਤ ਉਜਲ ਹੋ ਜਾਂਦੀ ਹੈ। ਮਨ ਨੀਵਾਂ ਤੇ ਮਤ ਉੱਚੀ ਰੱਖਣ ਲਈ ਰੋਜ਼ ਆਪਾਂ ਅਰਦਾਸ ਕਰਦੇ ਹਾਂ ਤੇ ਕਰਦੇ ਰਹੀਏ, ਕਿਉਂਕਿ ਅਰਦਾਸ ਵੀ ਇੱਕ ਸਾਧਨ ਹੈ, ਭਗਤੀ ਹੈ। 9 ਪ੍ਰਕਾਰ ਦੀ ਭਗਤੀ ਵਿੱਚ ਅਰਦਾਸ ਵੀ ਇੱਕ ਭਗਤੀ ਦੱਸੀ ਹੈ। ਸੋ ਕਬੁੱਧ ਨੂੰ ਦੂਰ ਕਰਨ ਵਿੱਚ ਸਹਾਇਕ ਹੁੰਦੀ ਹੈ ਅਰਦਾਸ। ਅਸਲ ਤਾਂ ਬਚਨ ਕਿਹਾ ਕਿ ਹੁਕਮ ਮੰਨਣ ਤੇ ਹੀ ਸਾਰਾ ਨਿਬੇੜਾ ਹੋਣਾ। ਮਨ ਹੈ ਹੁਕਮ ਸਭੇ ਗੁਣ ਗਿਆਨ, ਸਭ ਤੋਂ ਸ਼੍ਰੋਮਣੀ ਕਰਮ ਹੈ ਕਿ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਸੋ ਮਹਾਰਾਜ ਨੇ ਜਿਵੇਂ ਦੱਸਿਆ ਕਿ ਪਹਿਲਾਂ ਗੰਦੇ ਭਾਂਡੇ ਨੂੰ ਸਾਫ਼ ਕਰਨ ਦਾ ਸਾਧਨ ਕੀਤਾ ਜਾਵੇ ਨਾ, ਫਿਰ ਇਸ ਵਿੱਚ ਅੰਮ੍ਰਿਤ ਪਾਈਏ ਤਾਂ ਜੀਵਨ ਦੀ ਸੁਗੰਧੀ ਤੇ ਹੁਲਾਰਾ ਆਉਂਦਾ। ਨਾਮ ਤੇ ਨਾਮੀ ਦੇ ਮਿਲਾਪ ਵਾਲੀ ਅਵਸਥਾ ਦਾ ਮੁੱਢ ਵੱਜਦਾ। ਵਿਚਾਰ ਇਹ ਦਿੰਦੇ ਨੇ ਸਤਿਗੁਰੂ ਕਿ ਖੋਟੀ ਮੱਤ ਤੋਂ ਖਲਾਸੀ ਪਾ ਕੇ ਹੀ ਵਿਕਾਰਾਂ ਤੋਂ ਛੁਟਕਾਰਾ ਹੋਣਾ। ਖੋਟੀ ਮੱਤ ਜਦ ਤੱਕ ਆਪਣੇ ਅੰਦਰ ਹੈ, ਖੋਟੀ ਮੱਤ ਜਾਂਦੀ ਸੰਗਤ ਵਿੱਚ ਬਹਿ ਕੇ, ਜਦੋਂ ਚੰਗਾ ਕੋਈ ਗੁਰਮਤ ਦੇ ਚ ਭਿੱਜਿਆ ਨਾਮ ਰਸੀਆ ਸਾਨੂੰ ਕੋਈ ਸੁਣਾਵੇ, ਕਿਉਂਕਿ ਨਿਰਮਲ ਹਿਰਦੇ ਨਾਲ ਸਿਮਰਿਆ ਨਾਮ ਹੀ ਫਲੀਭੂਤ ਹੋਣਾ ਅਤੇ ਸਤਿਗੁਰੂ ਦੀ ਨਦਰ ਨੇ ਇਸ ਸੰਸਾਰ ਸਾਗਰ ਤੋਂ ਪਾਰ ਕਰਨਾ ਆਪਾਂ ਨੂੰ। 57ਵੀਂ ਪੌੜੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਹੁਣ ਕਰ ਰਹੇ ਨੇ। ਸਾਚ ਵਖਰ ਧਨ ਪੱਲੇ ਹੋਏ, ਜਿਹੜੇ ਜਿਗਿਆਸੂ ਦੇ ਪੱਲੇ ਵਿੱਚ, ਬੁੱਧੀ ਰੂਪੀ ਪੱਲੇ ਵਿੱਚ ਸੱਚ ਰੂਪੀ ਵਸਤੂ ਤੇ ਸੱਚ ਰੂਪੀ ਧਨ ਹੋਵੇ ਨਾ। ਆਪਣੇ ਪੱਲੇ ਵਿੱਚ ਹੈ ਜੇ ਸਾਰਾ ਕੁਝ, ਆਪ ਤਰੈ ਤਾਰੇ ਭੀ ਸੋਏ, ਉਹ ਆਪ ਸੰਸਾਰ ਸਾਗਰ ਤੋਂ ਤਰ ਜਾਂਦਾ, ਹੋਰਨਾਂ ਨੂੰ ਵੀ ਨਾਲ ਤਾਰ ਲੈਂਦਾ। ਕਿਉਂਕਿ ਮਹਾਰਾਜ ਦੀ ਬਖਸ਼ਿਸ਼ ਇੱਕ ਨੂੰ ਹੁੰਦੀ ਆ ਨਾ, ਕਰੋੜਾਂ ਨੂੰ ਤਾਰ ਲੈਂਦਾ। ਉਹਦੇ ਕੋਲ ਸਮਰੱਥਾ ਹੋ ਜਾਂਦੀ। ਇੱਕ ਬੰਦੇ ਕੋਲ ਬਹੁਤ ਪੈਸੇ ਇਕੱਠੇ ਹੋ ਜਾਣ ਤੇ ਉਹ ਬਹੁਤ ਵੱਡਾ ਸ਼ਿਪ ਲੈ ਲਵੇ, ਉਹ 5-10 ਹਜ਼ਾਰ ਬੰਦਾ ਉੱਤੇ ਚੜਾ ਕੇ ਪਾਰ ਕਰ ਸਕਦਾ। ਉਹ ਕਹਿੰਦਾ ਚਲੋ ਤੁਹਾਡੇ ਕੋਲ ਨਹੀਂ ਪੈਸੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਪਾਰ ਕਰਾ ਦਿੰਦਾ। ਇੱਕ ਸ਼ਿਪ ਆਪਣੀ ਜ਼ਿੰਦਗੀ ਦੇ ਵਿੱਚ ਲੱਖਾਂ ਜੀਵਾਂ ਨੂੰ ਸਮੁੰਦਰ ਤੋਂ ਪਰਲੇ ਪਾਸੇ ਤੇ ਪਰਲੇ ਪਾਸੇ ਤੋਂ ਇੱਧਰਲੇ ਪਾਸੇ ਤੱਕ ਲਿਆਉਂਦਾ। ਇੱਕ ਬੰਦਾ ਇਹ ਕੰਮ ਕਰਦਾ। ਇਸੇ ਤਰ੍ਹਾਂ ਜਿਹਦੇ ਕੋਲ ਨਾਮ ਦਾ ਖਜ਼ਾਨਾ ਆ ਗਿਆ, ਉਹ ਲੱਖਾਂ ਜੀਵਾਂ ਨੂੰ ਪਾਰ ਉਤਾਰਾ ਕਰਾ ਦਿੰਦਾ। ਸਹਿਜ ਰਤਾ ਬੂਝੈ ਪਤ ਹੋਏ, ਉਹ ਅਡੋਲ ਅਵਸਥਾ ਵਿੱਚ ਲੀਨ ਹੁੰਦਾ, ਸੱਚ ਨੂੰ ਸਮਝਦਾ, ਕਿਉਂਕਿ ਉਹ ਸੱਚ ਨੂੰ ਸਮਝ ਲੈਂਦਾ, ਜਿਸ ਕਰਕੇ ਫਿਰ ਉਹਦੀ ਇੱਜ਼ਤ ਹੁੰਦੀ ਚਾਰੇ ਪਾਸੇ। ਉਸ ਗੁਰਮੁਖ ਦੀ ਕੀਮਤ ਨੂੰ ਕੌਣ ਪਾ ਸਕਦਾ ਕਿ ਕਿੰਨੀ ਵੱਡੀ ਕੀਮਤ ਆ ਉਹਦੀ। ਮਹਾਰਾਜ ਕਹਿੰਦੇ ਨੇ ਤਾ ਕੀ ਕੀਮਤ ਕਰੈ ਨਾ ਕੋਏ,
ਉਸ ਮਨੁੱਖ ਦੀ ਕੋਈ ਕੀਮਤ ਨਹੀਂ ਪਾ ਸਕਦਾ, ਕਿਉਂਕਿ ਉਹਦੀ ਕੀਮਤ ਤਾਂ ਪਵੇ ਜੇ ਉਹ ਸਧਾਰਨ ਹੋਵੇ। ਹੁਣ ਤਾਂ ਮਹਾਂਪੁਰਖ ਹੋ ਗਿਆ। ਜਹ ਦੇਖਾ ਤਹ ਰਹਿਆ ਸਮਾਏ, ਨਾਨਕ ਪਾਰ ਪਰੈ ਸੱਚ ਭਾਏ। ਉਹ ਜਿੱਥੇ ਵੀ ਵੇਖਦਾ ਉੱਥੇ ਹੀ ਉਹਨੂੰ ਵਾਹਿਗੁਰੂ ਵਿਆਪਕ ਹੋਇਆ ਨਜ਼ਰ ਆ ਰਿਹਾ ਹੈ। ਹੁਣ ਸਤਿਗੁਰੂ ਫਰਮਾਉਂਦੇ ਨੇ ਕਿ ਉਹ ਸੱਚ ਦੇ ਪਿਆਰ ਦੁਆਰਾ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ, ਕਿਉਂਕਿ ਸਭ ਤੋਂ ਸ੍ਰੇਸ਼ਟ ਵੱਖਰ ਜਿਹੜਾ ਹੈ ਨਾ ਸੰਸਾਰ ਦੇ, ਵੱਖਰ ਕਹਿੰਦੇ ਲਾਭਦਾਇਕ ਵਸਤੂ ਨੂੰ, ਸਾਰਿਆਂ ਨਾਲੋਂ ਸ੍ਰੇਸ਼ਟ ਜਿਹੜਾ ਵੱਖਰ ਹੈ ਲਾਭਦਾਇਕ ਵਸਤੂ ਆ ਉਹ ਸੱਚਾ ਨਾਮ ਹੈ, ਨਾਮ ਧਨ। ਹੁਣ ਜਿਹਦੇ ਪੱਲੇ ਹੋਵੇ ਨਾਮ ਧਨ, ਉਹ ਜਿੱਥੇ ਆਪ ਤਰਦਾ ਹੈ ਉਹ ਆਪਣੇ ਸੰਗੀਆਂ ਸਾਥੀਆਂ ਨੂੰ ਵੀ ਸੰਸਾਰ ਸਾਗਰ ਤੋਂ ਸਤਿਗੁਰੂ ਦੇ ਉਪਦੇਸ਼ ਰਾਹੀਂ ਤਰਾ ਲੈਂਦਾ। ਨਾ ਕਿ ਉਹ ਕਹਿੰਦਾ ਮੈਂ ਤਾਰਦਾ, ਨਹੀਂ, ਕਹਿੰਦੇ ਭਾਈ ਇੱਧਰ ਆਓ, ਬੈਠੋ ਮੇਰੇ ਕੋਲ, ਸਾਰੇ ਬਾਣੀ ਸੁਣੋ, ਤੁਸੀਂ ਭਾਈ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਪਾਠ ਕਰਿਆ ਕਰੋ, ਆਹ ਖੋਟਾ ਕੰਮ ਨਹੀਂ ਕਰਨਾ, ਆਹ ਉਗਣ ਨਹੀਂ ਕਰਨਾ। ਉਹ ਸਾਨੂੰ ਸੋਝੀ ਦੇ ਦਿੰਦੇ ਨੇ। ਜਿਹਦੇ ਚਰਨਾਂ ਵਿੱਚ ਸੱਚੀ ਸ਼ਰਧਾ, ਪਰਮਾਤਮਾ ਦੇ ਚਰਨਾਂ ਵਿੱਚ ਉਹਦੇ ਹਿਰਦੇ ਅੰਦਰ ਸੱਚੀ ਸ਼ਰਧਾ ਲੱਗ ਜਾਂਦੀ ਹੈ, ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦਾ, ਪਖੰਡ ਨਹੀਂ। ਉਸ ਉੱਤੇ ਨਾਮ ਸਿਮਰਨ ਦਾ ਰੰਗ ਬਹੁਤ ਛੇਤੀ ਚੜ੍ਹਦਾ ਹੈ। ਉਹਦੇ ਮਨ ਵਿੱਚ ਸ਼ਾਂਤੀ ਹੁੰਦੀ ਹੈ, ਸਥਿਰਤਾ ਹੁੰਦੀ ਹੈ, ਟਿਕਾਊ ਬਣ ਜਾਂਦਾ ਹੈ। ਉਹ ਸਾਰੇ ਕਿਤੇ ਇੱਕ ਵਾਹਿਗੁਰੂ ਨੂੰ ਦੇਖਦਾ, ਕਿਸੇ ਨਾਲ ਤਾਂ ਹੀ ਉਹਦਾ ਵੈਰ ਭਾਵ ਨਹੀਂ ਹੁੰਦਾ। ਹੁਣ ਜਿਨ੍ਹਾਂ ਦੇ ਪੱਲੇ ਸੱਚਾ ਧਨ ਹੁੰਦਾ, ਉਹਨਾਂ ਦੀ ਹਰ ਥਾਂ ਹੀ ਇੱਜ਼ਤ ਹੁੰਦੀ ਆ, ਉਹਨਾਂ ਦੀ ਕੀਮਤ ਕੋਈ ਕਹਿ ਹੀ ਨਹੀਂ ਸਕਦਾ, ਦੱਸ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਇਹ ਸਮਝ ਲਓ, ਤੱਤ ਸਿਧਾਂਤ ਦੀ ਗੱਲ ਹੈ ਕਿ ਸੱਚੇ ਨਾਲ ਪ੍ਰੇਮ ਲਾਉਣ ਤੇ ਹੀ ਸੱਚੇ ਧਨ ਦੀ ਪ੍ਰਾਪਤੀ ਹੁੰਦੀ ਹੈ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅੱਗੇ ਹੋਰ ਪ੍ਰਸ਼ਨ ਕਰਦੇ ਹਨ। ਸੋ ਸ਼ਬਦ ਕਾ ਕਹਾ ਵਾਸ ਕਥੀਅਲੇ, ਜਿਤ ਤਰੀਐ ਭਵਜਲ ਸੰਸਾਰੋ। ਹੁਣ ਕਹਿੰਦੇ ਜਿਹੜਾ ਤੁਸੀਂ ਉਹ ਕਿਹਾ ਕਿ ਉਹ ਸ਼ਬਦ ਨਾਲ ਜੁੜੋ, ਸ਼ਬਦ ਦੀ ਕਮਾਈ ਕਰੋ, ਉਹ ਕਿਹੜਾ ਸ਼ਬਦ ਹੈ? ਉਹ ਸ਼ਬਦ ਦਾ ਵਾਸਾ ਕਿੱਥੇ ਕਿਹਾ ਜਾਂਦਾ ਹੈ? ਜਿਸ ਸ਼ਬਦ ਦੁਆਰਾ ਸੰਸਾਰ ਸਾਗਰ ਤੋਂ ਤਰਿਆ ਜਾਂਦਾ ਹੈ। ਤ੍ਰੈ ਸਤ ਅੰਗੁਲ ਵਾਈ ਕਹੀਐ, ਤਿਸ ਕਹੋ ਕਵਨ ਆਧਾਰੋ। ਇਹ ਜਿਹੜੀ ਤ੍ਰੈ ਤੇ ਸੱਤ 10, ਤ੍ਰੈ 3 7 ਹੋ ਗਈ, 7 ਤੇ 3 10 ਉਂਗਲ ਦੀ ਬਰਾਬਰਤਾ, ਭਾਵ 10 ਉਂਗਲ ਦੇ ਮਾਪ ਦੀ ਜਿਹੜੀ ਤੁਸੀਂ ਕਹੀ ਹੈ ਨਾ, ਇਹ ਪ੍ਰਾਣ ਜਿਹਨੂੰ 10 ਉਂਗਲ ਦਾ ਪ੍ਰਮਾਣ ਭਾਵ ਸਵਾਸ ਕਹੀਦਾ, ਦੱਸੋ ਫਿਰ ਉਹਦਾ ਕੌਣ ਆਸਰਾ ਹੈ? 10 ਕੀ ਉਂਗਲਾਂ ਨੇ ਨਾ, ਮੂੰਹ ਤੋਂ ਲੈ ਕੇ ਜਿੱਥੋਂ ਤੱਕ ਸਵਾਸ ਚੱਲਦਾ, ਇਹਦਾ ਆਸਰਾ ਕੌਣ ਹੈ? ਉਹਦਾ ਆਧਾਰ ਕੀ ਹੈ? ਬੋਲੇ ਖੇਲੇ ਅਸਥਿਰ ਹੋਵੇ, ਕਿਉਂ ਕਰ ਅਲਖ ਲਖਾਏ। ਜੋ ਜੀਵ ਆਤਮਾ ਸਰੀਰ ਵਿੱਚ ਬੋਲਦਾ ਹੈ, ਖੇਡਦਾ ਹੈ, ਉਹ ਸਦਾ ਲਈ ਕਿਵੇਂ ਅਡੋਲ ਹੋ ਸਕਦਾ ਹੈ? ਕਿਉਂ ਕਰ ਅਲਖ ਲਖਾਏ। ਕਿਸ ਤਰ੍ਹਾਂ ਉਹ ਅਲਖ ਵਾਹਿਗੁਰੂ ਨੂੰ ਸਮਝ ਸਕਦਾ ਹੈ? ਅਲਖ ਜੋ ਲਖਣ ਤੋਂ ਜਾਣਨ ਤੋਂ ਰਹਿਤ ਹੈ। ਸੁਣ ਸੁਆਮੀ ਸੱਚ ਨਾਨਕ ਪ੍ਰਣਵੈ, ਆਪਣੇ ਮਨ ਸਮਝਾਏ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਹੇ ਸੁਆਮੀ ਤੂੰ ਸੁਣ, ਮੈਂ ਉਹ ਬੇਨਤੀ ਕਰਦਾ ਕਿ ਜਿਸ ਦੁਆਰਾ ਮੈਂ ਆਪਣੇ ਮਨ ਨੂੰ ਸਮਝਾਇਆ ਹੈ ਨਾ, ਉਹ ਤੈਨੂੰ ਉੱਤਰ ਦੱਸਦੇ ਆ ਕਿਸ ਪ੍ਰਕਾਰ ਸਮਝਾਇਆ ਹੈ। ਗੁਰਮੁਖ ਸ਼ਬਦੇ ਸੱਚ ਲਿਵ ਲਾਗੈ, ਕਰ ਨਦਰੀ ਮੇਲ ਮਿਲਾਏ। ਜਿਸ ਗੁਰਮੁਖ ਦੀ ਭਾਵ ਗੁਰੂ ਦੇ ਸ਼ਬਦ ਰਾਹੀਂ ਸੱਚੇ ਵਾਹਿਗੁਰੂ ਵਿੱਚ ਲਿਵ ਲੱਗਦੀ ਆ ਨਾ, ਉਸ ਨੂੰ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਕਰਕੇ ਆਪਣੇ ਨਾਲ ਮਿਲਾ ਲੈਂਦਾ। ਥੋੜੇ ਜਿਹੇ ਉੱਤਰ ਅਗਲੀ ਪੌੜੀ ਚ ਆਉਣੇ, ਹਲੇ ਸ਼ੁਰੂ ਨਹੀਂ ਹੋਏ, ਪਿੱਛੋਂ ਥੋੜਾ ਜਿਹਾ ਉੱਤਰ ਇੱਕ ਦੇ ਰਹੇ ਨੇ ਸਤਿਗੁਰੂ ਮਹਾਰਾਜ। ਅਗਲੀ ਪੌੜੀ ਵਿੱਚ ਸਾਰਾ ਉੱਤਰ ਦੇਣਗੇ। ਆਪੇ ਦਾਨਾ ਆਪੇ ਬੀਨਾ, ਪੂਰੇ ਭਾਗ ਸਮਾਏ। ਉਹ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਕਰਕੇ ਜਦੋਂ ਮਿਲਾ ਲੈਂਦਾ ਨਾ, ਉਹ ਕਿਉਂਕਿ ਵਾਹਿਗੁਰੂ ਆਪ ਹੀ ਦਿਲ ਦੀ ਜਾਣਨ ਵਾਲਾ ਹੈ, ਆਪ ਹੀ ਜੀਵ ਦੀ ਹਾਲਤ ਨੂੰ ਵੇਖਣ ਵਾਲਾ ਹੈ, ਪੂਰੇ ਭਾਗਾਂ ਨਾਲ ਗੁਰਮੁਖ ਉਸ ਪਰਮੇਸ਼ਰ ਚ ਲੀਨ ਹੋ ਜਾਂਦਾ ਹੈ, ਕਿਉਂਕਿ ਨਦਰ ਨਾਲ ਮੇਲ ਮਿਲਾਉਂਦਾ ਹੈ। ਸੋ ਇਹ ਅੱਖਰ ਕਈ ਵਾਰੀ ਗੁਰਬਾਣੀ ਵਿੱਚ ਆਉਂਦੇ ਨੇ, ਦਾਨਾ ਬੀਨਾ। ਦਾਨਾ ਜੋ ਦਿਲ ਦੀ ਜਾਣਨ ਵਾਲਾ, ਅੰਤਰਜਾਮੀ। ਅੱਖਰ ਇੱਕ ਵਰਤਦੇ ਆਪਾਂ ਦੂਰ ਬੀਨ, ਬੀਨ ਹੁੰਦਾ ਵੇਖਣਾ। ਆਪੇ ਦਾਨਾ ਆਪੇ ਬੀਨਾ,
ਉਹ ਦਾਨਾ ਹੈ, ਅੰਤਰਜਾਮੀ ਹੈ, ਦਾਨੇ ਸੁਭਾਅ ਵਾਲਾ, ਬਹੁਤ ਅੱਛਾ ਦਿਆਲੂ ਕਿਰਪਾਲੂ ਪਰਮੇਸ਼ਰ। ਹੁਣ ਪਿਛਲੀ ਪੌੜੀ ਜੋ ਹੈ ਉਹਦੇ ਹੁਣ ਜਵਾਬ ਦੇਣੇ ਸ਼ੁਰੂ ਕੀਤੇ ਨੇ ਸਿੱਧਾਂ ਨੂੰ। ਸੋ ਸ਼ਬਦ ਕਉ ਨਿਰੰਤਰ ਵਾਸ ਅਲਖੰ, ਜੈ ਦੇਖਾ ਤਹਿ ਸੋਈ। ਕਹਿੰਦੇ ਨੇ ਉਹ ਸ਼ਬਦ ਦਾ ਪਸਾਰਾ ਹਰੇਕ ਦੇ ਅੰਦਰ ਇੱਕ ਰਸ ਹੈ। ਪੁੱਛਿਆ ਸੀ ਨਾ, ਉਹ ਸ਼ਬਦ ਕਿਹੜਾ ਹੈ ਜਿਹੜਾ ਤੁਸੀਂ ਕਹਿੰਦੇ ਜਿਹਦੇ ਜਾਪ ਨਾਲ ਭਲਾ ਹੋ ਜਾਂਦਾ। ਇੰਨੀ ਤੁਸੀਂ ਸ਼ਬਦ ਦੀ ਮਹਿਮਾ ਕੀਤੀ ਹੈ। ਮਹਾਰਾਜ ਕਹਿੰਦੇ ਉਹ ਸ਼ਬਦ ਇੱਕ ਰਸ ਹੈ, ਸਾਰੇ ਥਾਵਾਂ ਦੇ ਉੱਤੇ ਕੋਈ ਥਾਂ ਖਾਲੀ ਨਹੀਂ ਉਹਦੇ ਤੋਂ ਬਿਨਾਂ। ਜਿੱਥੇ ਦੇਖਾਂ ਉੱਥੇ ਹੀ ਹੈ ਉਹ ਅਲੱਖ ਵਾਹਿਗੁਰੂ, ਹਰ ਥਾਂ ਤੇ ਹੈ। ਜਿੱਥੇ ਮੈਂ ਵੇਖਦਾ, ਕਹਿੰਦੇ ਮੈਨੂੰ ਤਾਂ ਹੁਣ ਉੱਥੇ ਦਿਖਣ ਲੱਗ ਪਿਆ। ਤੁਸੀਂ ਵੀ ਮਿਹਨਤ ਕਰੋ, ਤੁਹਾਨੂੰ ਵੀ ਦਿਖੇਗਾ। ਪਵਨ ਕਾ ਵਾਸਾ ਸੁਨ ਨਿਵਾਸਾ, ਅਕਲ ਕਲਾ ਧਰ ਸੋਈ। ਜਿਵੇਂ ਪਵਨ ਤੋਂ ਭਾਵ ਸ਼ਬਦ ਦਾ ਵਾਸਾ ਹਰ ਥਾਂ ਤੇ ਹੈ ਨਾ, ਤਿਵੇਂ ਸੁਨ ਪ੍ਰਭੂ ਦਾ ਨਿਵਾਸ ਵੀ ਹਰ ਥਾਂ ਤੇ ਹੀ ਹੈ। ਹਰ ਜਗ੍ਹਾ ਦੇ ਉੱਤੇ ਵਾਸਾ ਹੈ ਵਾਹਿਗੁਰੂ ਦਾ। ਸ਼ਬਦ ਵਿਆਪਕ ਰੂਪ 'ਚ ਹੈ। ਸ਼ਬਦ ਦੀ ਸਮਝ ਇਹਦੇ ਵਿੱਚ ਪ੍ਰਵੇਸ਼ ਹੋਇਆ ਹੀ ਅਸਲ ਵਿੱਚ ਲੱਗਦੀ ਹੈ। ਜੇ ਆਪਾਂ ਕਹੀਏ ਕਿ ਇਹਦੀ ਵਿਆਖਿਆ ਕੋਈ ਬੰਦਾ ਕਰ ਸਕਦਾ ਹੋਵੇ ਤਾਂ ਵਿਆਖਿਆ ਸਾਰੇ ਕਰ ਦੇਣ। ਨਹੀਂ, ਕੱਲੀ ਵਿਆਖਿਆ ਤਾਂ ਸਿਰਫ ਜਣਾ ਦਿੱਤਾ ਹੈ। ਵਿਆਖਿਆ ਤਾਂ ਇਉਂ ਹੈ ਜਿਵੇਂ ਆਪਾਂ ਕਿਸੇ ਏਅਰਪੋਰਟ ਦੇ ਉੱਤੇ ਜਾ ਕੇ ਦੇਖ ਲਈਏ, ਦੂਰੋਂ ਜਹਾਜ਼ ਨੂੰ ਉੜਦਿਆਂ ਰੋਜ਼ ਦੇਖਦੇ ਹਾਂ, ਉਤਰਦਿਆਂ ਦੇਖਦੇ ਹਾਂ, ਪਰ ਇੱਕ ਦਿਨ ਜਦੋਂ ਆਪ ਵਿੱਚ ਬੈਠ ਕੇ ਸਫ਼ਰ ਕੀਤਾ ਤਾਂ ਉਸ ਸਫ਼ਰ ਦਾ ਜਿਹੜਾ ਗਿਆਨ ਆ ਉਹ ਉਸੇ ਨੂੰ ਹੀ ਹੋ ਸਕਦਾ ਜਿਹੜਾ ਉਹਦੇ ਵਿੱਚ ਬੈਠ ਕੇ ਯਾਤਰਾ ਕਰਦਾ। ਇਸੇ ਤਰ੍ਹਾਂ ਸ਼ਬਦ ਦਾ ਅਭਿਆਸ ਕਰਨ ਵਾਲੇ ਅਭਿਆਸੀ ਨੂੰ ਹੀ ਉਹ ਰਸਤਾ ਖੁੱਲਦਾ, ਦੂਜੇ ਨੂੰ ਉਹ ਰਸਤਾ ਹੀ ਨਹੀਂ ਖੁੱਲਦਾ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਆ। ਜੋ ਕਲਾ ਰਾਹੀਂ ਹੋਂਦ ਦੇ ਵਿੱਚ ਨਹੀਂ ਆਇਆ, ਪਰ ਸਵੈ ਕਲਾ ਨਾਲ ਸਰਬ ਵਿਆਪਕ ਹੈ ਵਾਹਿਗੁਰੂ। ਅਕਲ ਕਲਾ ਧਰ ਸੋਈ। ਹੁਣ ਇਹ ਸ਼ਬਦ ਮਨ ਦੇ ਅੰਦਰ ਕਿਵੇਂ ਵਸੇ, ਇਹ ਸਾਰੀ ਕਿਰਿਆ ਚੱਲੇ ਕਿਵੇਂ? ਤਾਂ ਸਤਿਗੁਰੂ ਜੀ ਕਹਿੰਦੇ ਨੇ, ਨਦਰ ਕਰੇ ਸ਼ਬਦ ਘਟ ਮਹਿ ਵਸੈ, ਵਿੱਚੋਂ ਭਰਮ ਗਵਾਏ। ਹੁਣ ਦੇਖੋ, ਨਦਰ ਵੀ ਕੋਈ ਚੀਜ਼ ਹੈ ਨਾ। ਹੁਣ ਐਵੇਂ ਤਾਂ ਹੈ ਵੀ ਮੈਂ ਤਾਂ ਬੜਾ ਪਾਠ ਕੀਤਾ, ਮੈਂ ਬੜੀ ਸੇਵਾ ਕੀਤੀ। ਨਹੀਂ, ਨਦਰ ਲੈਣ ਦਾ ਯਤਨ ਕਰੀਏ, ਕਿਉਂਕਿ ਉਹਦੀ ਨਦਰ ਸਰਬ ਵਿਆਪਕ ਹੈ। ਇੱਥੇ ਪਾਠ ਕੀਤਾ, ਉੱਥੇ ਇੱਕ ਬੰਦੇ ਨੂੰ ਦੁਖੀ ਕਰ ਮਾਰਿਆ। ਇੱਥੇ ਪਾਠ ਕੀਤਾ, ਉੱਥੇ ਜੀਵ ਹੱਤਿਆ ਕਰਤੀ। ਇੱਥੇ ਸਮਾਧੀਆਂ ਲਾਈਆਂ, ਉੱਥੇ ਹੇਰਾ ਫੇਰੀ ਕਰ ਲਈ, ਠੱਗੀ ਠੋਰੀ ਕਰ ਲਈ, ਝੂਠ ਬੋਲਤਾ। ਉਹ ਦੇਖਦਾ, ਜਦੋਂ ਉਹ ਸਾਰੇ ਕਿਤੇ ਵਿਆਪਕ ਰੂਪ ਵਿੱਚ ਦੇਖ ਹੀ ਰਿਹਾ, ਉਹ ਕਹਿੰਦਾ ਵੀ ਨਹੀਂ, ਇਹ ਬੰਦਾ ਨਹੀਂ ਮੈਨੂੰ ਪਸੰਦ ਆਇਆ। ਇਹ ਤੇ ਸੱਜਣ ਠੱਗ ਵਾਲਾ ਹਿਸਾਬ ਹੋ ਗਿਆ, ਹੇਰਾ ਫੇਰੀਆਂ ਕਰਦਾ, ਇੱਥੇ ਮੈਨੂੰ ਧੋਖੇ ਦਿੰਦਾ, ਅੱਖਾਂ ਬੰਦ ਕਰ ਕਰਕੇ ਦਿਖਾਉਂਦਾ, ਹਿੱਲ ਹਿੱਲ ਕੇ ਦਿਖਾਉਂਦਾ, ਤੇ ਘਰ ਜਾ ਕੇ ਜਾਂ ਕਿਸੇ ਹੋਰ ਥਾਂ ਦੇ ਉੱਤੇ ਪਤਾ ਨਹੀਂ ਕਿੱਥੇ ਕੀ ਗਲਤੀਆਂ ਕਰਦਾ, ਫਿਰ ਇੱਥੇ ਆ ਕੇ ਮੇਰੇ ਕੋਲ ਸਾਹਮਣੇ ਅੱਖਾਂ ਬਹਿ ਕੇ ਪਖੰਡ ਕਰਦਾ। ਸਤਿਗੁਰੂ ਕਹਿੰਦੇ ਨੇ, ਜਿਹਾ ਜਿਹਾ ਤੂੰ ਮੇਰੇ ਕੋਲ ਹੈ ਉਹ ਜਿਹਾ ਬਾਹਰ ਰਿਹਾ ਕਰ। ਹਰ ਜਗ੍ਹਾ ਜੀਓ ਮੈਲੇ ਬਾਹਰੋਂ ਨਿਰਮਲ ਦੀ ਅਵਸਥਾ ਨਾ ਬਣਾ, ਜੀਓ ਨਿਰਮਲ ਬਾਹਰੋਂ ਨਿਰਮਲ, ਇਹ ਅਵਸਥਾ ਹੋਣੀ ਚਾਹੀਦੀ ਹੈ। ਹੁਣ ਜਿਸ ਉੱਤੇ ਮਹਾਰਾਜ ਕਹਿੰਦੇ ਵਾਹਿਗੁਰੂ ਆਪਣੀ ਨਦਰ ਕਰਦੇ, ਉਹਦੇ ਹਿਰਦੇ 'ਚ ਸ਼ਬਦ ਵਸ ਜਾਂਦਾ ਹੈ। ਨਦਰ ਕਰੇ ਸ਼ਬਦ ਘਟ ਮਹਿ ਵਸੈ, ਵਿੱਚੋਂ ਭਰਮ ਗਵਾਏ। ਜੋ ਉਹਦੇ ਅੰਦਰੋਂ ਸਾਰੇ ਭਰਮ ਦੂਰ ਕਰ ਦਿੰਦਾ। ਜਿਵੇਂ ਘੁੱਪ ਗਾੜੇ ਹਨੇਰੇ ਵਿੱਚ ਇੱਕਦਮ ਲਾਈਟ ਜਲ ਜਾਵੇ, ਲਾਈਟ ਬਲ ਜਾਵੇ, ਪ੍ਰਕਾਸ਼ ਹੋ ਜਾਵੇ ਤਾਂ ਸਾਰਾ ਭਰਮ ਦੂਰ ਹੋ ਜਾਂਦਾ, ਸਾਰੇ ਪ੍ਰਕਾਰ ਦਾ ਡਰ ਦੂਰ ਹੋ ਜਾਂਦਾ। ਇਸੇ ਤਰ੍ਹਾਂ ਕਹਿੰਦੇ ਸ਼ਬਦ ਨੂੰ ਅਸਲ ਰੂਪ ਵਿੱਚ ਸਮਝਣਾ। ਸ਼ਬਦ ਦਾ ਇਹ ਲਿਖੇ ਹੋਏ ਜਿਹੜੇ ਅੱਖਰ ਨੇ ਨਾ, ਗੁਰੂ ਗ੍ਰੰਥ ਸਾਹਿਬ ਦੇ ਜਿਤਨੇ ਅੱਖਰ ਲਿਖੇ ਹੋਏ ਨੇ ਜਾਂ ਪੋਥੀਆਂ 'ਚ ਲਿਖੇ ਹੋਏ ਨੇ, ਇਹ ਕੁਦਰਤੀ ਇੱਕ ਕਾਲੀ ਸ਼ਾਹੀ ਨਾਲ ਲਿਖੇ ਜਾਂਦੇ ਨੇ। ਅਸਲ ਵਿੱਚ ਇਹਨਾਂ ਦਾ ਰੰਗ ਇਸ ਤਰ੍ਹਾਂ ਦਾ ਨਹੀਂ ਹੈ। ਇਹਨਾਂ ਦਾ ਰੰਗ ਬਿਲਕੁਲ ਜਿਵੇਂ ਨਵਾਂ ਸੋਨਾ ਚਮਚਮ ਚਮਕਦਾ ਹੈ। ਅਸਲ ਇਹਨਾਂ ਦਾ ਰੰਗ ਚਮਕਦੇ ਸੋਨੇ ਵਾਂਗੂ ਬਹੁਤ ਪ੍ਰਕਾਸ਼ਮਈ ਹੈ। ਉਹ ਮਿਹਨਤ ਨਾਲ ਨਜ਼ਰ ਆਉਂਦਾ ਸਾਰਾ ਕੁਝ। ਇਹ ਸਾਹਮਣੇ ਜ਼ਰੂਰ ਆਪਾਂ ਨੂੰ ਸਰੂਪ ਨਜ਼ਰ ਆਉਂਦਾ ਸਤਿਗੁਰੂ ਦਾ, ਪਰ ਮਿਹਨਤ ਦੇ ਨਾਲ ਸਾਰਾ ਕੁਝ ਨਜ਼ਰ ਆ ਜਾਂਦਾ। ਇਉਂ ਤਾਂ ਗੁਰੂ ਸਾਹਿਬਾਂ ਦੇ ਕੋਲ ਆਉਂਦੇ ਰਹੇ ਨੇ, ਤੁਰਕ ਲੜਾਈਆਂ ਕਰਦੇ ਰਹੇ ਨੇ, ਕੋਈ ਕਿਵੇਂ ਆਉਂਦਾ ਰਿਹਾ, ਕੋਈ ਹੇਰਾ ਫੇਰੀ ਵਾਲੇ ਵੀ ਕਈ ਮਿਲ ਗਏ। ਮਸੰਦਾਂ ਨੂੰ ਨਜ਼ਰ ਹੀ ਨਹੀਂ ਆਏ ਸਤਿਗੁਰੂ, ਸੰਗਤ ਨੂੰ ਨਜ਼ਰ ਆਉਂਦੇ, ਕਿਉਂਕਿ ਮਸੰਦ ਤੇ ਆਪਣੀ ਹੇਰਾ ਫੇਰੀ ਲੱਗੇ ਰਹਿੰਦੇ, ਸਾੜਨੇ ਵੀ ਪਏ। ਨਹੀਂ, ਸਤਿਗੁਰੂ ਨੂੰ ਜਿਸ ਨਿਗਾਹ ਨਾਲ ਦੇਖਣਾ ਚਾਹੀਦਾ, ਸੰਸਾਰ ਨੇ ਉਸ ਨਿਗਾਹ ਨਾਲ ਨਹੀਂ ਦੇਖਿਆ। ਸਤਿਗੁਰੂ ਨੂੰ ਸਾਰੀ ਦੁਨੀਆ ਹੀ ਦੇਖਦੀ ਹੈ, ਪਰ ਮਹਾਰਾਜ ਕਹਿੰਦੇ ਡਿੱਠੇ ਮੁਕਤ ਨਾ ਹੋਵੇ ਜਿਸ ਚਿਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਦੀ ਵਿਚਾਰ ਨਹੀਂ ਕੀਤੀ।
ਬਚਨ ਨਹੀਂ ਕਮਾਏ, ਹੁਕਮ ਤੇ ਨਹੀਂ ਚੱਲੇ। ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਦੇ ਉੱਤੇ ਯਕੀਨ ਕੀਤਾ ਹੈ ਉਹਨਾਂ ਨੂੰ ਅਸਲ ਰੂਪ ਨਜ਼ਰ ਆ ਗਿਆ ਹੈ। ਜਦੋਂ ਸ਼ਬਦ ਹਿਰਦੇ 'ਚ ਵਸਦਾ ਉਹਦੀ ਨਦਰ ਨਾਲ ਵਸਦਾ, ਐਵੇਂ ਨਹੀਂ ਵਸਦਾ। ਪਹਿਲਾਂ ਵਾਹਿਗੁਰੂ ਦੇਖਦੇ ਨੇ ਕਿ ਇਹ ਬਹੁਤ ਹੀ ਸ਼ਰਧਾਵਾਨ ਹੈ, ਇਹ ਮੇਰੇ ਸਾਹਮਣੇ ਕੋਈ ਪਖੰਡ ਨਹੀਂ ਕਰ ਰਿਹਾ ਔਰ ਮੇਰੀ ਸੰਗਤ ਨਾਲ ਇਹ ਵਿਤਕਰਾ ਨਹੀਂ ਕਰਦਾ, ਮੇਰੇ ਗੁਰਸਿੱਖਾਂ ਨਾਲ ਵਿਤਕਰਾ ਨਹੀਂ ਕਰਦਾ, ਮੇਰੇ ਉੱਤੇ ਵੀ ਇਹਦਾ ਪੂਰਾ ਯਕੀਨ ਹੈ। ਤਾਂ ਜਾ ਕੇ ਕਿਤੇ ਉਹ ਸੇਵਾ ਦਰ ਥਾਂ ਪੈਂਦੀ, ਫਿਰ ਦ੍ਰਿਸ਼ਟੀ ਹੁੰਦੀ ਉਹਦੇ ਤੇ, ਫਿਰ ਕਿਰਪਾ ਹੁੰਦੀ, ਫਿਰ ਭਰਮ ਦੂਰ ਹੁੰਦਾ। ਤਾਂ ਸ਼ਬਦ ਹਿਰਦੇ 'ਚ ਸ਼ਬਦ, ਕਿਉਂਕਿ ਸ਼ਬਦ ਨਾਲ ਤਾਂ ਏਡੀ ਵੱਡੀ ਸ੍ਰਿਸ਼ਟੀ ਬਣ ਗਈ। ਓੰਕਾਰ ਕਹਿੰਦੀ ਅਸੀਂ ਸ੍ਰਿਸ਼ਟੀ ਦੀ ਰਚਨਾ ਹੋ ਗਈ। ਕਿਤੇ ਸ਼ਬਦ ਛੋਟੀ ਚੀਜ਼, ਵਿਆਪਕ ਰੂਪ ਵਿੱਚ ਆ ਓੰਕਾਰ। ਪ੍ਰਿਥਮੈ ਓੰਕਾਰ ਤਿਨ ਕਹਾ ਸੋ ਧੁਨ ਪੂਰ ਜਗਤ ਮੋ ਰਹਾ। ਓੰਕਾਰ ਜੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ। ਇਸ ਸ੍ਰਿਸ਼ਟੀ ਦਾ ਮਾਲਕ ਹੈ, ਮੂਲ ਮੰਤਰ। ਕਰਤਾ ਨਹੀਂ ਹੈ ਉਹ, ਕਰਤਾ ਪੁਰਖ। ਕਾਲ ਤੋਂ ਰਹਿਤ ਹੈ, ਸੋਤੇ ਪ੍ਰਕਾਸ਼ ਆਹੋ। ਇਹਨੂੰ ਸਮਝਣ ਦਾ ਯਤਨ ਕਰੀਏ ਕਿ ਇੱਕ ਓੰਕਾਰ ਕਿੰਨੀ ਵੱਡੀ ਤਾਕਤ, ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਸਾਰੀ ਮਾਇਆ ਦਾ ਮਾਲਕ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਇੱਕ ਓੰਕਾਰ। ਤਨ ਮਨ ਨਿਰਮਲ, ਨਿਰਮਲ ਬਾਣੀ ਨਾਮੋ ਮਨ ਵਸਾਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਨਦਰ ਤੋਂ ਕਰਮ ਸ਼ੁਰੂ ਹੁੰਦਾ ਹੈ, ਫਿਰ ਵਸ ਜਾਂਦਾ ਹਿਰਦੇ 'ਚ। ਜੋ ਉਹਦੇ ਅੰਦਰੋਂ ਸਾਰੇ ਭਰਮ ਜਦੋਂ ਦੂਰ ਹੋ ਕੇ ਪ੍ਰਕਾਸ਼ ਹੋ ਗਿਆ, ਉਹਦਾ ਸਰੀਰ, ਮਨ ਤੇ ਬੋਲ ਨਿਰਮਲ ਹੋ ਜਾਂਦੇ ਨੇ। ਨਿਸ਼ਾਨੀ ਹੈ ਤਨ ਮਨ ਨਿਰਮਲ, ਨਿਰਮਲ ਬਾਣੀ। ਕਿਉਂਕਿ ਵਾਹਿਗੁਰੂ ਦਾ ਨਾਮ ਮਨ ਵਿੱਚ ਜਦੋਂ ਵਸਾਉਂਦਾ ਨਾ, ਵਸ ਗਿਆ, ਨਾਮੋ ਮਨ ਵਸਾਏ। ਇਹ ਕਾਰਨ ਇਹੀ ਹੈ। ਸਾਰੇ ਕਹਿੰਦੇ ਉਹ ਬੜੀ ਬਾਣੀ ਪੜ੍ਹਦਾ ਫਲਾਨਾ। ਬਾਣੀ ਪੜ੍ਹਨਾ ਇੱਕ ਅਲੱਗ ਗੱਲ ਹੈ, ਬਾਣੀ ਨੂੰ ਕੰਨਾਂ ਨਾਲ ਸੁਣਨਾ ਦੂਸਰੀ ਸਟੇਜ ਆ, ਬਾਣੀ ਨੂੰ ਮੰਨਣਾ ਤੀਸਰੀ ਸਟੇਜ ਆ, ਬਾਣੀ ਨੂੰ ਹਿਰਦੇ 'ਚ ਵਸਾ ਕੇ ਉਹਦੇ ਉੱਤੇ ਚੱਲਣਾ ਚੌਥੀ ਸਟੇਜ ਆ। ਕੇਵਲ ਪੜ੍ਹਨ ਨਾਲ ਹੀ ਗੱਲ ਨਹੀਂ ਬਣਦੀ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ, ਹਰ ਹਰ ਭੀਜੈ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਗੁਰਬਾਣੀ ਜਿਹੜੀ ਉਹ ਹਿਰਦੇ 'ਚ ਵਸਾਉਣਾ ਹੈ ਉਹਨੂੰ। ਜਦੋਂ ਤੱਕ ਇਹ ਜਾ ਕੇ ਗੁਰਬਾਣੀ ਹਿਰਦੇ 'ਚ ਨਹੀਂ ਵਸਦੀ, ਸ਼ਬਦ ਨਹੀਂ ਵਸਦਾ, ਉਪਦੇਸ਼ ਨਹੀਂ ਵਸਦਾ, ਉਦੋਂ ਤੱਕ ਜੀਵ ਅਗਿਆਨਤਾ ਵਿੱਚ ਹੀ ਰਹੇਗਾ। ਹੁਣ ਇਹ ਚੀਜ਼ ਨੂੰ ਆਪਾਂ ਜਦੋਂ ਕਲੀਅਰ ਦੱਸਦੇ ਹਾਂ, ਬਿਲਕੁਲ ਕੁੜੱਤਣ ਜੀ ਵੀ ਲੱਗਦੀ ਇਹਦੇ 'ਚ ਵੀ ਹੈ। ਇਹ ਗੱਲ ਕਿਉਂ ਕਹੀ? ਜਿਵੇਂ ਆਪਾਂ ਸੋਚਦੇ ਹਾਂ ਨਾ, ਉਵੇਂ ਕਲਿਆਣ ਹੁੰਦੀ ਨਹੀਂ ਹੈ। ਸਹੀ ਢੰਗ ਨਾਲ ਹੀ ਕਲਿਆਣ ਹੁੰਦੀ ਜੀਵ ਦੀ। ਬਹੁਤ ਸਾਰੇ ਲੋਕ ਦੇਖਦੇ ਆਪਾਂ ਕਿ ਸਾਰੀ ਜ਼ਿੰਦਗੀ ਵੀ ਬਹੁਤ ਕੁਝ ਉਹਨਾਂ ਨੇ ਕੀਤਾ। ਕਹਿੰਦੇ ਉੱਥੇ ਜਾਂਦਾ ਸੀ, ਸੇਵਾ ਕਰਦਾ ਸੀ, ਫਿਰ ਇਹ ਇੰਨਾ ਪਾਠ ਕਰਦਾ ਸੀ, ਪਰ ਉਹਨੇ ਇਹ ਸਾਰਾ ਕੁਝ ਪਖੰਡੀ ਸਿੱਖ ਵਾਂਗੂ ਜੇ ਦਿਖਾਵੇ 'ਚ ਹੀ ਕੀਤਾ ਤਾਂ ਉਹਦਾ ਕਰਮ ਮਨਜ਼ੂਰ ਨਹੀਂ ਨਾ ਹੋਇਆ। ਮਨਜ਼ੂਰ ਹੋ ਜੇ, ਥੋੜਾ ਜਿਹਾ ਹੋ ਜੇ। ਸਿੱਖ ਨੇ ਘਾਹ ਵੇਚ ਕੇ ਛੇਵੇਂ ਪਾਤਸ਼ਾਹ ਦੇ ਅੱਗੇ 2 ਪੈਸੇ ਰੱਖੇ, ਹੱਥ ਜੋੜ ਕੇ ਖੜਾ ਹੋ ਕੇ, ਸੱਚੇ ਪਾਤਸ਼ਾਹ ਮੈਨੂੰ ਮੁਕਤੀ ਦੇ ਦਿਓ। ਲਓ 2 ਪੈਸੇ ਰੱਖ ਕੇ ਮੁਕਤੀ ਮੰਗੀ। ਉਹ 2 ਪੈਸੇ ਹੀ ਪ੍ਰਵਾਨ ਹੋ ਗਏ ਆ। ਨਿਹਾਲ 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 ਕੀਤਾ ਗੁਰਾਂ ਨੇ। ਛੇਵੇਂ ਪਾਤਸ਼ਾਹ ਨੂੰ ਭਾਈ ਗੋਪਾਲਾ ਜੀ ਨੇ ਇੱਕ ਜਪਜੀ ਸਾਹਿਬ ਦਾ ਪਾਠ ਸੁਣਾਇਆ, ਕਿਰਤਾਰਥ ਕਰ ਦਿੱਤਾ, ਨਿਹਾਲ ਕਰ ਦਿੱਤਾ, ਬ੍ਰਹਮ ਗਿਆਨ ਦੇ ਦਿੱਤਾ। ਗੱਲ ਤੇ ਪ੍ਰਵਾਨ ਹੋਣ ਦੀ ਕਦੇ ਆਪਾਂ ਇਹ ਸੋਚਿਆ ਕਿ ਮੇਰੀ ਪੜ੍ਹੀ ਹੋਈ ਬਾਣੀ ਗੁਰਾਂ ਦੇ ਦਰ ਤੇ ਪ੍ਰਵਾਨ ਵੀ ਹੋਗੀ, ਸੇਵਾ ਕੀਤੀ ਪ੍ਰਵਾਨ ਵੀ ਹੋਗੀ। ਪੜ੍ਹੀ ਹੋਈ ਬਾਣੀ ਨਾਲ ਹਉਮੈ ਤਾਂ ਨਹੀਂ ਕਿਤੇ, ਸੇਵਾ ਵਿੱਚ ਕਿਤੇ ਹਉਮੈ ਤਾਂ ਨਹੀਂ ਹੋਗੀ। ਮੈਂ ਸੇਵਾ ਕਿਤੇ ਦਿਖਾਵੇ ਵਜੋਂ ਤਾਂ ਨਹੀਂ ਕਰਦਾ, ਦੁਨੀਆ ਨੂੰ ਦਿਖਾਉਣ ਲਈ ਸੇਵਾ ਨਹੀਂ ਹੁੰਦੀ। ਕਿਉਂਕਿ ਇਸੇ ਕਰਕੇ ਤਾਂ ਆਪਾਂ ਫਿਰ ਜਦੋਂ ਸ਼ੋਹਰਤ ਲਈ ਸੇਵਾ ਕਰਦੇ ਹਾਂ, ਸ਼ੋਹਰਤ ਵੀ ਹੋ ਜਾਂਦੀ ਹੈ। ਦਿਖਾਵੇ ਲਈ ਬਾਣੀ ਪੜ੍ਹਦੇ ਹਾਂ ਤਾਂ ਦਿਖਾਵਾ ਪ੍ਰਵਾਨ। ਲੋਕ ਕਹਿੰਦੇ ਬਹੁਤ ਪਾਠ ਕਰਦਾ, ਬੜਾ ਅਭਿਆਸੀ ਬੰਦਾ। ਜੋ ਕਰਮ ਕਰਨਾ ਉਹਨੂੰ ਛੁਪਾ ਕੇ, ਦੁਨੀਆ ਤੋਂ ਬੇਖਬਰ, ਦੁਨੀਆ ਨੂੰ ਪਤਾ ਨਾ ਲੱਗੇ ਕਿ ਇਹ ਕਰਮ ਕਰਦਾ ਕੀ ਹੈ। ਗੁਨਾਹ ਆਪਾਂ ਹਮੇਸ਼ਾ ਛੁਪਾ ਕੇ ਕਰਦੇ ਹਾਂ। ਗੁਨਾਹ ਦਾ ਨਾ ਕਿਸੇ ਨੂੰ ਪਤਾ ਲੱਗ ਜੇ, ਫੇਰ ਤਾਂ ਮੇਰੀ ਬਦਨਾਮੀ ਹੈ। ਪਰ ਜਦੋਂ ਕੋਈ ਇਨਸਾਨ ਆਪਣੇ ਗੁਨਾਹ ਸਾਹਮਣੇ ਰੱਖੇ ਸੰਗਤ ਦੇ, ਭਾਈ ਮੇਰੇ ਸਾਧ ਸੰਗਤ ਔਗਣ ਨੇ, ਤਾਂ ਹੀ ਸੰਗਤ ਦੂਰ ਕਰੇਗੀ, ਅਰਦਾਸ ਕਰੇਗੀ। ਆਪਾਂ ਆਪਣੇ ਆਪ ਨੂੰ ਉੱਪਰੋਂ ਸ਼ੋਅ ਕੀਤਾ, ਮੈਂ ਬਹੁਤ ਭਗਤ ਹਾਂ, ਬਹੁਤ ਸੇਵਾ ਕਰਦਾ ਬਈ, ਅੰਦਰ ਜਿਹੜੇ ਗੁਨਾਹ ਭਰੇ ਪਏ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਬਾਣੀ ਨੂੰ ਹਿਰਦੇ 'ਚ, ਨਾਮ ਨੂੰ ਹਿਰਦੇ 'ਚ ਵਸਾਵੇ। ਸ਼ਬਦ ਗੁਰੂ ਭਵ ਸਾਗਰ ਤਰੀਐ,
ਗੁਰੂ ਦੇ ਸ਼ਬਦ ਦੁਆਰਾ ਸੰਸਾਰ ਸਾਗਰ ਤੋਂ ਤਰਿਆ ਜਾਂਦਾ ਹੈ। ਇਤ ਉਤ ਏਕੋ ਜਾਣੈ। ਇੱਥੇ ਇਸ ਲੋਕ ਵਿੱਚ, ਉੱਥੇ ਪ੍ਰਲੋਕ ਵਿੱਚ, ਹਰ ਥਾਂ ਤੇ ਉਹ ਵਾਹਿਗੁਰੂ ਨੂੰ ਵਿਆਪਕ ਜਾਣਦਾ। ਇੱਕੋ ਹੀ ਹੈ ਮੇਰਾ ਵਾਹਿਗੁਰੂ, ਤਿੰਨਾਂ ਲੋਕਾਂ ਦਾ ਮਾਲਕ, ਪਤਾਲ ਵਿੱਚ, ਆਕਾਸ਼ ਵਿੱਚ, ਜ਼ਮੀਨ ਤੇ। ਚਿਹਨ ਵਰਨ ਨਹੀਂ ਛਾਇਆ ਮਾਇਆ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਉਹ ਸ਼ਬਦ ਨੂੰ ਪਛਾਣਦਾ ਨਾ। ਚਿਹਨ ਵਰਨ ਨਹੀਂ ਛਾਇਆ ਮਾਇਆ, ਨਾਨਕ ਸ਼ਬਦ ਪਛਾਣੈ। ਬਾਣੀ ਜਿੰਨੀ ਆਸ ਤੇ ਪੜ੍ਹੀਏ ਉਹਨੇ ਅਰਥ ਬਹੁਤ ਸਪਸ਼ਟ ਹੋ ਜਾਂਦੇ ਨੇ, ਫਿਰ ਆਨੰਦ ਵੀ ਬੜਾ ਆਉਂਦਾ। ਇਸ ਕਰਕੇ ਕਹਿੰਦੇ ਜਦੋਂ ਸ਼ਬਦ ਨੂੰ ਪਛਾਣਿਆ ਨਾ, ਜਿਹਦਾ ਉਹ ਸ਼ਬਦ ਦਾ ਨਾ ਕੋਈ ਵਰਨ ਨਾ ਚਿਹਨ ਹੈ, ਕਿਉਂਕਿ ਚਿੰਨ੍ਹ ਤਾਂ ਉਹਦਾ ਹੈ ਨਹੀਂ, ਵਰਨ ਤੋਂ ਭਾਵ ਰੂਪ ਰੰਗ ਨਹੀਂ ਕੋਈ ਹੈ। ਸੋ ਜਿਸ ਉੱਤੇ ਕੋਈ ਮਾਇਆ ਦਾ ਪਰਛਾਵਾਂ ਨਹੀਂ, ਭਾਵ ਉਹ ਪ੍ਰਭੂ ਦਾ ਸਰੂਪ, ਉਹ ਸ਼ਬਦ ਨੂੰ ਜਿਹੜਾ ਪਛਾਣ ਲੈਂਦਾ, ਬ੍ਰਹਮ ਨੂੰ ਪਛਾਣ ਲੈਂਦਾ, ਜਿਹਦਾ ਕੋਈ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਿਹੰਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ। ਹਲੇ ਇਹ ਜੋ ਪਿੱਛੇ ਪ੍ਰਸ਼ਨ ਕੀਤੇ ਨੇ ਨਾ, ਉਹਦਾ ਪੂਰਾ ਨਹੀਂ ਹੋਇਆ ਜਵਾਬ 58ਵੀਂ ਪੌੜੀ 'ਚ, ਫਿਰ 59ਵੀਂ, ਹੁਣ 60ਵੀਂ ਪੌੜੀ ਵਿੱਚ ਉਹਦਾ ਜਵਾਬ ਪੂਰਾ ਕਰਨਗੇ। ਤਾਂ ਫਿਰ 60ਵੀਂ ਪੌੜੀ ਦਾ ਸ਼ਰਵਣ ਕਰਾਂਗੇ ਅੱਗੇ। ਫਿਰ 61ਵੀਂ ਪੌੜੀ ਵਿੱਚ ਵੀ ਇਸੇ ਪੌੜੀ ਦਾ ਹੀ 58ਵੀਂ ਪੌੜੀ ਦਾ ਜਵਾਬ ਅੱਗੇ ਹੋਰ ਦੇਣਗੇ। ਆਓ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਕਿ ਪਾਖੰਡ ਦਾ ਤਿਆਗ, ਸੇਵਾ ਸਿਮਰਨ ਜਰਾ ਦਿਖਾਵੇ ਤੋਂ ਬਿਨਾਂ, ਰਹਿਤ ਮਰਿਆਦਾ ਪੂਰੀ, ਕਿਸੇ ਦਾ ਦਿਲ ਨਾ ਦਿਖਾਉਣਾ, ਦਸਵੰਧ ਕੱਢਣਾ, ਇੱਕ ਮਿੱਕ ਹੋਣਾ, ਵਿਸ਼ਵਾਸ ਕਰਨਾ ਕੇਵਲ ਗੁਰੂ ਸਾਹਿਬ ਤੇ, ਹੋਰ ਕਿਸੇ ਤੇ ਵਿਸ਼ਵਾਸ ਨਾ ਕਰਨਾ। ਅੰਤਮ ਸਮੇਂ ਤੇ ਮਹਾਰਾਜ 10ਵੇਂ ਪਾਤਸ਼ਾਹ ਨੇ ਕਿਹਾ ਸੀ, ਦਰਖਤ ਦੇ ਉੱਤੇ ਚੜ੍ਹ ਕੇ ਕੋਈ ਦਰਖਤ ਉਡਾ ਕੇ ਲੈ ਜਾਵੇ, ਕੰਧ ਉੱਤੇ ਬਹਿ ਕੇ ਕੋਈ ਕੰਧ ਨੂੰ ਭਜਾ ਕੇ ਲੈ ਜਾਵੇ, ਗੁਰਸਿੱਖੋ ਸਿੰਘੋ ਸੰਗਤੇ ਵਿਸ਼ਵਾਸ ਨਾ ਕਰਿਓ ਤੇ ਕਿਤੇ ਨਾ ਚੇਟਕੀ ਫਕੀਰਾਂ ਦੇ ਮਗਰ ਲੱਗ ਕੇ ਰਿੱਧੀਆਂ ਸਿੱਧੀਆਂ ਦੇਖ ਕੇ ਵਿਸ਼ਵਾਸ ਤੋੜ ਦੋ ਗੁਰੂ ਗ੍ਰੰਥ ਸਾਹਿਬ ਤੋਂ। ਪਰ ਮੰਨੀ ਨਹੀਂ ਗੱਲ। ਅੱਜ ਦੇ ਯੁੱਗ ਵਿੱਚ ਮਾੜੀ ਜੀ ਕੋਈ ਨਕਲੀ ਕਰਾਮਾਤ ਵੀ ਦਿਖਾ ਦੇ, ਉਹਦੇ ਮਗਰ ਨੂੰ ਹੀ ਭੱਜ ਲੈਂਦੇ ਆਪਾਂ। ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ੍ਹਾਂ ਦੇ ਚਰਨੀ ਸਾਰੇ ਤਿੰਨੇ ਲੋਕ ਪੈਂਦੇ ਨੇ, ਉਹਨੂੰ ਛੱਡ ਕੇ ਭਟਕੇ ਫਿਰਦੇ ਨੇ ਸਾਰੇ ਕਮੀਆਂ ਦੇ ਵਿੱਚ। ਸਾਡੇ ਘਰ ਕਲੇਸ਼ ਹੈ, ਕਲਾ ਹੈ, ਫਲਾਨਾ ਟਿਮਕਾ ਕਿਉਂ ਹੈ? ਪਹਿਲਾਂ ਆਪਣਾ ਚਿਹਰਾ ਸ਼ੀਸ਼ੇ 'ਚ ਦੇਖ, ਮਰਿਆਦਾ ਕਮਾਈ ਹੈ, ਸ਼ਕਲ ਕਹੀ ਜੀ ਬਣਾਈ ਹੈ। ਖਾਲਸਾ ਮੇਰੋ ਰੂਪ ਹੈ, ਖਾਸ ਬਣਾਇਆ ਸੀ ਮਹਾਰਾਜ ਨੇ, ਲੱਗਦਾ ਹੀ ਨਹੀਂ ਵੀ ਖਾਲਸਾ। ਚਲੋ ਸਮਾਂ ਆਵੇਗਾ, ਹੌਲੀ 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 ਮਹਾਰਾਜ ਕਹਿੰਦੇ ਖੁਆਰ ਹੋਏ ਸਭ ਮਿਲਾਂਗੇ, ਬੱਚੇ ਸ਼ਰਨ ਜੋ ਹੋਏ। ਜਦੋਂ ਸੋਝੀ ਪਵੇਗੀ ਨਾ, ਉਦੋਂ ਅਖੀਰ ਜਾ ਕੇ ਮੁੜ ਆਉਣਗੇ। ਸਿੱਖੀ ਵਿੱਚ ਬਖਸ਼ਿਸ਼ ਹੈ। ਜਦੋਂ ਸਿੱਖੀ ਹੈ ਤਾਂ ਸਾਰਾ ਕੁਝ ਹੀ ਆਪਣੇ ਕੋਲੇ ਹੈ। ਜੇ ਸਿੱਖੀ ਨਹੀਂ, ਫਿਰ ਜਿੰਨੇ ਮਰਜ਼ੀ ਪੈਸੇ ਚੁੱਕੀ ਫਿਰੋ, ਜਿੰਨਾ ਮਰਜ਼ੀ ਕੁਛ ਕਰੀ ਫਿਰੋ। ਸਿੱਖੀ ਹੈ, ਨਾਮ ਹੈ। ਪਰ ਟੁੱਟੀ ਝੌਂਪੜੀ 'ਚ ਰਹਿਣ ਵਾਲੇ ਕੋਲ 5ਵੇਂ ਪਾਤਸ਼ਾਹ ਚਲੇ ਗਏ, ਭਾਈ ਹਿੰਮੇ ਕੋਲ, ਭਾਈ ਲਾਲੋ ਦੇ ਘਰ ਚਲੇ ਗਏ। ਨਹੀਂ ਸੀ ਗਰੀਬ ਹੀ ਚੰਗਾ, ਉਹ ਗਰੀਬ ਮੋਹੇ ਭਾਵ ਹੈ, ਬਿਦਰ ਕੋਲ ਚਲੇ ਗਏ। ਪਰ ਜਿੱਥੇ ਮਹਿਲ ਸੀ ਵੱਡੇ ਵੱਡੇ, ਉੱਥੇ ਨਹੀਂ ਗਏ। ਮਲਕ ਭਾਗੋਂ ਕੋਲ ਨਹੀਂ ਗਏ। ਭਾਈ ਪੱਲਾ 6ਵੇਂ ਪਾਤਸ਼ਾਹ ਵੇਲੇ ਖੇਤਾਂ ਦੇ ਵਿੱਚ ਗੁੜ ਦੀ ਭੇਲੀ ਜੀ ਬੰਨ੍ਹ ਕੇ, ਰੋੜੀ ਬੰਨ੍ਹ ਕੇ, ਗੁੜ ਦੀ ਵੱਡੀ ਸਾਰੀ 1.25 ਰੁਪਈਆ ਪੱਲੇ 'ਚ ਬੰਨ੍ਹ ਕੇ ਹਲ ਵਾਹੁੰਦਾ। ਪੱਲਾ ਸਿੱਧਾ ਜਿਹਾ ਬੰਦਾ, ਭੋਲਾ ਭਾਲਾ। ਮਾਤਾ ਕਹਿਣ ਲੱਗੀ, ਪੱਲਿਆ ਜੇ ਮਹਾਰਾਜ ਕਿਤੇ ਰਾਜ ਮਿਲ ਪਏ, ਹਾਂ ਮਾਤਾ ਫਿਰ ਮੈਂ ਇਹ ਗੁੜ ਦੀ ਭੇਲੀ ਕੋਲ ਹੀ ਰੱਖਦਾ ਆਪਣੇ। 6ਵੇਂ ਪਾਤਸ਼ਾਹ ਜਦੋਂ ਉਹਨਾਂ ਨਗਰ ਗਏ, ਸਾਰਿਆਂ ਗੁਰਸਿੱਖਾਂ ਨੂੰ ਰੋਕਤਾ, ਤੁਸੀਂ ਇੱਥੇ ਰਹੋ, ਮੈਂ ਹੁਣੇ ਆਇਆ। ਘੋੜੇ ਤੇ ਚੜ੍ਹ ਕੇ ਜਦੋਂ ਖੇਤਾਂ 'ਚ ਪਹੁੰਚੇ, ਪੱਲਾ ਦੇਖਦਾ ਕੋਈ ਸੁਪਨਾ ਦੇਖ ਰਿਹਾ ਕਿ ਸੱਚਮੁੱਚ ਆਏ ਖੜੇ ਨੇ। ਮਹਾਰਾਜ ਕਹਿੰਦੇ, ਪੱਲਿਆ ਭਾਈ ਸਾਡੀ ਭੇਟਾ ਬੰਨੀ ਫਿਰਦਾ, ਬੜੇ ਚਿਰ ਦੀ ਪੱਲੇ 'ਚ ਲਿਆ। ਹੈਰਾਨ ਹੋ ਕੇ ਹੌਲੀ ਹੌਲੀ ਅੱਗੇ ਨੂੰ ਵੱਧ ਕੇ ਚਰਨਾਂ ਨੂੰ ਟੱਚ ਕਰਕੇ ਦੇਖਦਾ, ਸੱਚੀ ਕਿ ਸੁਪਨਾ ਆ ਰਿਹਾ ਕਿ ਸੱਚਮੁੱਚ ਹੀ ਖੜੇ ਹੋ? ਕਹਿੰਦੇ ਹਾਂ ਹਾਂ ਸੱਚਮੁੱਚ ਆਏ ਤੈਨੂੰ ਮਿਲਣ। ਪਿਆਰਿਆ ਤੂੰ ਇੰਨੇ ਚਿਰ ਦਾ ਸਾਨੂੰ ਉਡੀਕ ਰਿਹਾ। ਗਦ ਗਦ ਹੋ ਗਿਆ, ਅੱਖਾਂ 'ਚੋਂ ਜਲ ਆ ਗਿਆ, ਚਰਨਾਂ ਤੇ ਰੱਖ ਕੇ ਸਿਰ ਧੋ ਤੇ ਚਰਨ। ਮਹਾਰਾਜ ਤੁਸੀਂ ਇੱਕ ਗੁੜ ਦੀ ਰੋੜੀ ਲੈਣ ਆ ਗਏ, 1.25 ਰੁਪਈਆ ਗਰੀਬ ਦਾ। ਮਹਾਰਾਜ ਕਹਿੰਦੇ ਇਹੀ ਤਾਂ ਮੈਨੂੰ ਚੰਗਾ ਲੱਗਦਾ, ਗੋਬਿੰਦ ਭਾਓ ਭਗਤ ਦਾ ਭੁੱਖਾ। ਸੋ ਇਸ ਕਰਕੇ ਸਾਧ ਸੰਗਤ ਮਹਾਰਾਜ ਭਾਓ ਭਗਤ ਦੇ ਭੁੱਖੇ ਨੇ। ਪਾਖੰਡ ਦੀ ਲੋੜ ਨਹੀਂ, ਬਹੁਤੀ ਚੀਜ਼ਾਂ ਦੀ ਲੋੜ ਨਹੀਂ। ਇੱਕ ਵਾਰੀ ਪਿਆਰ ਨਾਲ ਵਾਹਿਗੁਰੂ ਕਿਹਾ ਹੋਵੇ ਤਾਂ ਹੀ ਪ੍ਰਵਾਨ ਕਰ ਲੈਂਦੇ ਨੇ। ਇੱਕ ਵਾਰ ਜਪਜੀ ਸਾਹਿਬ ਪੜਿਆ, ਇੰਨਾ ਕੁਛ ਦੇ ਦਿੱਤਾ। ਇੱਕ ਗੁੜ ਦੀ ਰੋੜੀ ਪਿੱਛੇ ਇੰਨਾ ਕੁਛ।
ਮਾਈ ਥਾਨ ਗੁਰਦੁਆਰੇ ਇੰਨਾ ਕੁਝ ਦੇਤਾ ਜਾ ਕੇ। ਭਾਗ ਭਰੀ ਮਾਤਾ ਨੇ ਖੱਦਰ ਦਾ ਥਾਨ ਭੇਟਾ ਕੀਤਾ। ਛੇਵੇਂ ਪਾਤਸ਼ਾਹ ਨੇ ਝੋਲੀਆਂ ਭਰਤੀਆਂ ਉਹਨਾਂ ਦੀਆਂ। ਬੱਚੇ ਛੋਟੇ ਜਿਹੇ ਨੇ ਹੋਲਾਂ ਖਵਾਤੀਆਂ। ਛੋਲਿਆਂ ਦੇ ਖੇਤਾਂ ਵਿੱਚ ਭੁੰਨ ਕੇ ਹੋਲਾਂ ਖਵਾਈਆਂ, ਉਹਨੂੰ ਰਾਜ ਦੇ ਦਿੱਤਾ। ਸਤਿਗੁਰੂ ਕਹਿੰਦੇ ਮੈਨੂੰ ਤੇ ਬਹੁਤੀਆਂ ਦੀ ਲੋੜ ਨਹੀਂ, ਮੈਨੂੰ ਤੂੰ ਪਿਆਰ ਨਾਲ ਕੋਈ ਇੱਕ ਵਾਰੀ ਬੁਲਾਵੇਂ ਨਾ, ਪਿਆਰ ਨਾਲ ਇੱਕ ਕੋਈ ਛੋਟੀ ਜਿਹੀ ਭੇਟਾ, ਪਿਆਰ ਹੋਵੇ ਉਹਦੇ ਨਾਲ, ਫਿਰ ਭੇਟਾ ਵੱਡੀ ਬਣ ਜਾਂਦੀ। ਜੇ ਭੇਟਾ 'ਚ ਪਿਆਰ ਨਹੀਂ, ਹੰਕਾਰ ਹੈ ਕਿ ਮੈਂ ਇੰਨਾ ਦਾਨ ਕਰ ਰਿਹਾ, ਇੰਨਾ ਪਾਠ ਕਰ ਰਿਹਾ, ਫਿਰ ਮਹਾਰਾਜ ਕਹਿੰਦੇ ਮੈਨੂੰ ਨਹੀਂ ਚੰਗਾ ਲੱਗਦਾ। ਸਾਊ ਸਤਿਗੁਰੂ ਕਹਿੰਦੇ ਪਿਆਰ ਦੇ ਨਾਲ ਸਾਰੇ ਮਿਲ ਕੇ ਭੇਟਾ ਫੇਰ ਕੇ ਅੱਗੇ ਰੱਖੀ ਹੈ। ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀ ਹੈ, ਜਿਤ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਭੇਟਾ ਪਿਆਰ ਨਾਲ ਉਹਦੇ ਚਰਨਾਂ 'ਚ ਰੱਖੀ ਆਪਣੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।